ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸਦਕ ਦੇ ਬੇੜੇ ਕਿਵੇਂ ਪਾਰ ਹੁੰਦੇ ਆ। ਇੱਕ ਹਿੰਦੂ ਪਰਿਵਾਰ ਦੀ ਬੀਬੀ ਦੀ ਆਪਣੀ ਜ਼ਿੰਦਗੀ ਦੀ ਬੜੀ ਹੀ ਵਿਚਿੱਤਰ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਸਦਕ ਉਹਨਾਂ ਦੇ ਵਿੱਚ ਹੁੰਦਾ ਹੈਗਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ, ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਹਮੇਸ਼ਾ ਹੀ ਪੋਜ਼ਿਟਿਵ ਖਿਆਲ ਹੋਣ, ਹਾਂ ਵਾਚਕ ਖਿਆਲ ਹੋਣ। ਚਾਹੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਦੇ ਅੰਦਰ ਕਿੰਨੀਆਂ ਵੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਵੇ, ਪਰ ਉਹਨਾਂ ਦਾ ਖਿਆਲ ਇਹਨਾਂ ਦੇ ਵਿੱਚ ਹਮੇਸ਼ਾ ਹਾਂ ਬਚ ਕੇ ਵੀ ਹੋਵੇ। ਮਨ ਕਦੀ ਵੀ ਨਾ ਡੋਲੇ। ਅਗਰ ਮਨ ਡੋਲਦਾ ਵੀ ਹੈ ਤਾਂ ਵੀ ਖਿਆਲ ਜਿਹੜਾ ਉਹ ਹਾਂ ਬਚ ਕੇ ਹੋਣਾ ਚਾਹੀਦਾ ਹੈਗਾ। ਇਹੋ ਜਿਹੇ ਪਰਿਵਾਰ ਜਿਹੜੇ ਹਨ ਉਹ ਸਦਕੀ ਕਹਾਉਂਦੇ ਆ। ਸੋ ਭਾਵੇਂ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਕੀਰਤਨ ਵੀ ਸਰਵਣ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਅਸਲ ਦੇ ਵਿੱਚ ਸਦਕ ਦੀ ਖੇਡ ਇਹ ਕੋਈ ਬਿਰਲਾ ਹੀ ਖੇਡਦਾ ਹੈਗਾ। ਸਦਕ ਉਹੀ ਸੂਰਮੇ ਖੇਡਦੇ ਆ ਜਿਨ੍ਹਾਂ ਦੇ ਵਿੱਚ ਗੁਰੂ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਨੈਗੇਟਿਵ ਖਿਆਲ ਨਾ ਹੋਵੇ। ਹਮੇਸ਼ਾ ਅਗਰ ਵੱਡੇ ਤੋਂ ਵੱਡੀ ਤਕਲੀਫ ਦੁੱਖ ਵੀ ਹੋਵੇ ਤਾਂ ਵੀ ਗੁਰੂ ਦੇ ਪ੍ਰਤੀ ਸ਼ਰਧਾ ਹੋਵੇ, ਗੁਰੂ ਦਾ ਪ੍ਰਤੀ ਉਹਨਾਂ ਦੇ ਅੰਦਰ ਹਾਂ ਬਚ ਖਿਆਲ ਹੋਣ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਜੋ ਸ਼ਰਧਾ ਕਰਸੇਮ ਦੇ ਗੁਰੂ ਪਾਰ ਉਤਾਰਨ ਹਾਰ। ਜਿਨ੍ਹਾਂ ਦੇ ਅੰਦਰ ਸ਼ਰਧਾ ਆ ਜਾਂਦੀ, ਸ਼ਰਧਾ ਦਾ ਮਤਲਬ ਵੀ ਹਾਂ ਵਾਚਕ, ਉਹਨਾਂ ਦੇ ਗੁਰੂ ਬੇੜੇ ਪਾਰ ਕਰ ਦਿੰਦਾ ਹੈ। ਅੱਜ ਦਾਸ ਇਸੇ ਹੀ ਸੰਦਰਭ ਦੇ ਅੰਦਰ ਇੱਕ ਹਿੰਦੂ ਪਰਿਵਾਰ ਦੀ ਬੀਬੀ ਕਿਵੇਂ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਦਕ ਨੂੰ ਨਿਭਾਇਆ ਅਤੇ ਆਪਣੇ ਬੇੜੇ ਪਾਰ ਕੀਤੇ, ਇਹ ਜਿਹੜੀ ਘਟਨਾ ਹੈਗੀ ਆ ਇਹ ਸਭ ਦੇ ਸੁਣਨ ਯੋਗ ਹੈਗੀ ਆ। ਸੋ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈਗਾ, ਉੱਚੀਆਂ ਬੁਲੰਦੀਆਂ ਨੂੰ ਹਾਸਲ ਕਰਨਾ ਔਰ ਆਪਣੇ ਦੁੱਖਾਂ ਦੇ ਉੱਤੇ ਫਤਿਹ ਪ੍ਰਾਪਤ ਕਰਨੀ, ਆਪਣਾ ਲੋਕ ਪਰਲੋਕ ਸਵਾਰਨਾ ਹੈਗਾ, ਉਹਨਾਂ ਨੂੰ ਫਿਰ ਸਦਕ ਦੇ ਅੰਦਰ ਖੇਡਣਾ ਹੀ ਪੈਣਾ ਹੈਗਾ। ਜਿਵੇਂ ਇੱਕ ਬੀਬੀ ਜਿਹੜੀ ਉਹ ਹਿੰਦੂ ਪਰਿਵਾਰ ਦੀ ਸੀ, ਉਹ ਮਹਾਂਪੁਰਖਾਂ ਨੂੰ ਦੱਸਦੀ ਸੀ। ਉਹ ਕਹਿੰਦੀ ਸੀਗੀ ਬਈ ਕੋਈ ਸਮਾਂ ਸੀਗਾ ਜਦੋਂ ਮੈਂ ਗੁਰਦੁਆਰੇ ਸਾਹਿਬ ਦੇ ਮੂਹਰੋਂ ਦੀ ਲੰਘਦੀ ਹੁੰਦੀ ਸੀ, ਪਰ ਹਿੰਦੂ ਪਰਿਵਾਰ ਦੇ ਨਾਲ ਬਿਲੋਂਗ ਕਰਕੇ ਚਿੱਤ ਮੇਰਾ ਕਰਦਾ ਹੁੰਦਾ ਸੀ ਕਿ ਅੰਦਰ ਗੁਰੂ ਘਰ ਜਾਵਾਂ, ਮੱਥਾ ਟੇਕਾਂ, ਪਰ ਫਿਰ ਵੀ ਮੇਰੇ ਅੰਦਰ ਇਹ ਜਿਹੜੀ ਗੱਲ ਸੀਗੀ ਮੱਥਾ ਟੇਕਣ ਦੀ, ਉਹਦੇ ਵਿੱਚ ਮੈਨੂੰ ਹੌਸਲਾ ਨਹੀਂ ਸੀ ਪੈਂਦਾ ਹੁੰਦਾ। ਇਸੇ ਤਰ੍ਹਾਂ ਕਹਿੰਦੀ ਕੁਝ ਸਮਾਂ ਜਿਹੜਾ ਸੀ ਲੰਘਦਾ ਗਿਆ। ਲੰਘਦੇ ਕਹਿੰਦੀ ਵੀ ਮੈਂ ਘਰ ਦੇ ਵਿੱਚ ਆਪਣੇ ਜਿਹੜੇ ਠਾਕਰ ਦੇਵ ਸੀ, ਕਿਉਂਕਿ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦੀ ਹੁੰਦੀ ਸੀ, ਅਤੇ ਉਹਨਾਂ ਦੀ ਸੇਵਾ ਪੂਜਾ ਸਵੇਰੇ ਸ਼ਾਮ ਬੜੇ ਵਧੀਆ ਢੰਗ ਤਰੀਕੇ ਦੇ ਨਾਲ, ਜਿਵੇਂ ਉਹਨਾਂ ਦੀ ਮਰਜ਼ਾਦਾ ਹੈ ਉਸੇ ਤਰ੍ਹਾਂ ਕਰਦੀ ਹੁੰਦੀ ਸੀ। ਇੱਕ ਦਿਨ ਕਹਿੰਦੀ ਕੀ ਹੋਇਆ, ਮੇਰੇ ਨਾਲ ਇੱਕ ਚਮਤਕਾਰ ਹੋਇਆ, ਕ੍ਰਿਸ਼ਮਾ ਹੋਇਆ। ਉਹ ਚਮਤਕਾਰ ਕ੍ਰਿਸ਼ਮਾ ਕੀ ਸੀ? ਕਹਿੰਦੀ ਰਾਤ ਨੂੰ ਜਿਨ੍ਹਾਂ ਠਾਕਰਾਂ ਦੀ ਮੈਂ ਸੇਵਾ ਕਰਦੀ ਹੁੰਦੀ ਸੀ ਉਹ ਠਾਕਰ ਮੇਰੇ ਸੁਪਨੇ 'ਚ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਬੀਬਾ, ਅਗਰ ਤੂੰ ਭਵਜਲ ਪਾਰ ਕਰਨਾ ਹੈਗਾ, ਦੁੱਖਾਂ ਦੇ ਉੱਤੇ ਫਤਿਹ ਪ੍ਰਾਪਤ ਕਰਨੀ ਹੈਗੀ ਆ, ਸੰਸਾਰ ਨੂੰ ਜਿੱਤਣਾ ਹੈਗਾ, ਆਪਣਾ ਲੋਕ ਪਰਲੋਕ ਸਵਾਰਨਾ ਹੈਗਾ, ਅਤੇ ਤੂੰ ਗੁਰਦੁਆਰੇ ਸਾਹਿਬ ਜਾਇਆ ਕਰ। ਕਹਿੰਦੀ ਵੀ ਜਦੋਂ ਇਹ ਜਿਹੜੇ ਸੀ ਬਚਨ ਮੇਰੇ ਠਾਕਰ ਨੇ ਮੈਨੂੰ ਸੁਪਨੇ 'ਚ ਦੱਸੇ, ਕਹਿੰਦੀ ਵੀ ਮੈਂ ਹੈਰਾਨ ਰਹਿ ਗਈ ਕਿ ਸਾਰੀ ਉਮਰ ਪੇਕਿਆਂ ਤੋਂ ਲੈ ਕੇ ਸਹੁਰੇ ਘਰ ਤੱਕ ਠਾਕਰਾਂ ਦੀ ਪੂਜਾ ਕਰਦੀ ਹਾਂ, ਪਰ ਅੱਜ ਅਚਨਚੇਤ ਠਾਕਰਾਂ ਨੇ ਸੁਪਨੇ ਵਿੱਚ ਆ ਕੇ ਮੈਨੂੰ ਕਿਉਂ ਕਿਹਾ ਹੈਗਾ ਕਿ ਅਗਰ ਤੈਂ ਭਵ ਸਾਗਰ ਪਾਰ ਕਰਨਾ ਹੈਗਾ ਤਾਂ ਤੂੰ ਗੁਰਦੁਆਰੇ ਜਾਇਆ ਕਰ। ਕਹਿੰਦੀ ਇਹ ਸੁਪਨੇ ਤੋਂ ਬਾਅਦ ਮੈਂ ਹੱਕੀ ਬੱਕੀ ਹੋ ਗਈ ਅਤੇ ਮੇਰੇ ਮਨ ਦੇ ਵਿੱਚ ਖਿੱਚ ਪਈ ਵੀ ਮੈਂ ਗੁਰੂ ਘਰ ਜਾਵਾਂ। ਉਸ ਤੋਂ ਬਾਅਦ ਕਹਿੰਦੀ ਵੀ ਫਿਰ ਮੈਂ ਮਨ 'ਚ ਸੋਚਿਆ ਵੀ ਇਹ ਠਾਕਰਾਂ ਨੇ ਮੈਨੂੰ ਕਿਉਂ ਆਖਿਆ ਹੈ ਵੀ ਤੂੰ ਗੁਰਦੁਆਰੇ ਜਾ, ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੋਵੇ। ਸੋ ਬੀਬੀ ਕਹਿਣ ਲੱਗੀ ਕਿ ਉਸ ਤੋਂ ਬਾਅਦ ਫਿਰ ਮੈਂ ਗੁਰਦੁਆਰੇ ਜਾਣਾ ਸ਼ੁਰੂ ਕਰਤਾ। ਜਦ ਕਹਿੰਦੀ ਮੈਂ ਪਹਿਲੇ ਦਿਨ ਗੁਰਦੁਆਰਾ ਸਾਹਿਬ ਗਈ ਹਾਂ ਅਤੇ ਜਦ ਗੁਰਦੁਆਰੇ ਸਾਹਿਬ ਦੀ ਦਹਿਲੀਜ਼ 'ਤੇ ਪੈਰ ਰੱਖਿਆ, ਮੇਰੇ ਅੰਦਰ ਇੱਕ ਅਜੀਬ ਸ਼ਾਂਤੀ ਅੰਦਰ ਭਾਸ ਗਈ। ਜਦੋਂ ਕਹਿੰਦੀ ਬੜੀ ਅਜੀਬ ਸ਼ਾਂਤੀ ਮੇਰੇ ਅੰਦਰ ਭਾਸੀ ਆ, ਅਤੇ ਕਹਿੰਦੀ ਵੀ ਮੈਂ ਹੱਕੀ ਬੱਕੀ ਹੋਈ ਆ ਇਸ ਅਵਸਥਾ ਨੂੰ ਤੱਕ ਕੇ, ਪਰ ਜਿਉਂ ਹੀ ਮੱਥਾ ਟੇਕੇ ਦੂਸਰਿਆਂ ਸੰਗਤਾਂ ਦੇ ਵਿੱਚ ਬੈਠੀਆਂ, ਕੀਰਤਨ ਸਰਵਣ ਕੀਤਾ, ਕਹਿੰਦੀ ਵੀ ਇੰਨਾ ਰਸ ਬਣਿਆ ਔਰ ਮੈਂ ਹੈਰਾਨ ਸੀ ਕਿ ਇਹ ਜਿਹੜਾ ਰਸ ਮੈਨੂੰ ਪ੍ਰਤੀਤ ਹੋ ਰਿਹਾ ਹੈਗਾ, ਇਹ ਮੈਂ ਜ਼ਿੰਦਗੀ ਦੇ ਵਿੱਚ ਕਦੀ ਚੱਖਿਆ ਨਹੀਂ ਸੀ। ਮੈਨੂੰ ਪਤਾ ਨਹੀਂ ਸੀ ਕਿ ਇਹ ਰਸ ਵੀ ਹੁੰਦਾ ਹੈਗਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਰਸ ਨਹੀਂ ਪਾਵਾ। ਇਹੋ ਜਿਹੀ ਕਹਿੰਦੀ ਜਿਹੜੀ ਦਸ਼ਾ ਸੀ ਮੇਰੇ ਮਨ ਦੀ ਹੋ ਗਈ ਔਰ ਮੈਂ ਹੈਰਾਨ ਕਿ ਜਿਸ ਰਸ ਨੂੰ ਦੇਵੀ ਦੇਵਤੇ ਤਰਸਦੇ ਆ, ਇਹ ਤਾਂ ਰਸ ਮੈਨੂੰ ਗੁਰੂ ਘਰ ਵਿੱਚ ਸ਼ਹਿਰ ਦੇ ਵਿੱਚ ਹੀ ਪ੍ਰਾਪਤ ਹੋ ਗਿਆ ਹੈ। ਉਸ ਤੋਂ ਬਾਅਦ ਕਹਿੰਦੀ ਫਿਰ
ਜਦ ਮੈਂ ਇਸ ਰਸ ਦਾ ਆਨੰਦ ਮਾਣਿਆ ਪਹਿਲੇ ਦਿਨ, ਜਦ ਫਿਰ ਮੈਂ ਘਰ ਗਈ ਤਾਂ ਮੇਰੇ ਕਹਿੰਦੀ ਫਿਰ ਜਦ ਘਰ ਪਰਿਵਾਰ ਨੂੰ ਪਤਾ ਲੱਗਾ ਕਿ ਸਾਡੀ ਜਿਹੜੀ ਮਾਤਾ ਹੈਗੀ ਅੱਜ ਗੁਰਦੁਆਰੇ ਸਾਹਿਬ ਕਾਫੀ ਚਿਰ ਬੈਠ ਕੇ ਆਈ ਆ, ਬਸ ਕਹਿੰਦੀ ਉਹ ਕੀ ਹੋਇਆ ਕਿ ਕਲਯੁਗ ਨੇ ਆਪਣਾ ਵਰਤਾਰਾ ਸ਼ੁਰੂ ਕਰ ਦਿੱਤਾ। ਘਰ ਦੇ ਵਿੱਚ ਕਲੇਸ਼ ਝਗੜਾ ਹੋਣਾ ਸ਼ੁਰੂ ਹੋ ਗਿਆ, ਜਾਂ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ। ਅਤੇ ਖਾਸ ਕਰਕੇ ਕਹਿੰਦੇ ਮੇਰੇ ਪਤੀ ਦੇਵ ਜੀ ਨੇ ਮੈਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਹਿੰਦੂ ਪਰਿਵਾਰ ਨਾਲ ਬਿਲੋਂਗ ਕਰਦੇ ਹਾਂ, ਮੰਦਿਰ ਜਾਂਦੇ ਹਾਂ ਅਤੇ ਹਿੰਦੂ ਪਰਿਵਾਰ ਧਰਮ ਦੇ ਹਿਸਾਬ ਦੇ ਨਾਲ ਸਾਰੀ ਜਿਹੜੀ ਆ ਪੂਜਾ ਪਾਠ ਕਰਦੇ ਹਾਂ, ਪਰ ਇਹ ਤੂੰ ਕੀ ਕੀਤਾ ਹੈਗਾ, ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈਗਾ, ਤੂੰ ਸਿੱਖਾਂ ਦੇ ਗੁਰਦੁਆਰੇ ਜਾਣੇ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੀ ਜਦ ਇੰਨੀ ਗੱਲ ਹੋਈ ਤਾਂ ਮੈਂ ਘਰਦਿਆਂ ਨੂੰ ਕਿਹਾ, ਮੈਂ ਕਿਹਾ ਵੀ ਮੈਂ ਤੁਹਾਨੂੰ ਹੁਣ ਕੀ ਦੱਸਾਂ ਹੈ, ਜਿਸ ਰਸ ਦੀ ਜਿਸ ਅੰਮ੍ਰਿਤ ਦੀ ਮੈਨੂੰ ਤਲਾਸ਼ ਸੀ ਹੈ ਨਾ, ਉਹ ਹੁਣ ਰਸ ਉਹ ਅੰਮ੍ਰਿਤ ਮੈਨੂੰ ਹੁਣ ਗੁਰਦੁਆਰੇ ਸਾਹਿਬ ਵਿੱਚ ਪ੍ਰਾਪਤ ਹੋ ਗਿਆ। ਪਰ ਹੁਣ ਇਹ ਇੱਕ ਅੰਦਰ ਦੀ ਖੇਡ ਸੀ, ਘਟਨਾ ਸੀ, ਪਰ ਇਹਨੂੰ ਕੌਣ ਦੱਸੇ ਦੁਨਿਆਵੀ ਅੱਖਰਾਂ ਦੇ ਵਿੱਚ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਗੂੰਗੇ ਜਿਉਂ ਗੁੜ ਖਾਏ ਕੇ ਪੁੱਛੋ ਤੋ ਕਹਿ ਕਹੀਏ, ਵੀ ਜਿਵੇਂ ਕੋਈ ਗੂੰਗਾ ਗੁੜ ਖਾ ਲੈਂਦਾ, ਅਗਰ ਉਹਨੂੰ ਪੁੱਛੇ ਵੀ ਇਹਦਾ ਸਵਾਦ ਕੀ ਆ, ਅਤੇ ਕਹਿੰਦੇ ਉਹ ਕਿਵੇਂ ਦੱਸ ਸਕਦਾ ਹੈ, ਇਹ ਤਾਂ ਗੂੰਗੇ ਦੀ ਮਠਿਆਈ ਸੀ। ਖੈਰ ਕਹਿੰਦੀ ਘਰ ਦੇ ਵਿੱਚ ਜਿਹੜੇ ਘਰ ਦੇ ਸੀ ਮੈਨੂੰ ਰੋਕਣ ਟੋਕਣ ਲੱਗ ਪਏ। ਇੱਥੋਂ ਤੱਕ ਮੇਰਾ ਜਿਹੜਾ ਘਰ ਵਾਲਾ ਸੀਗਾ ਉਹ ਵੀ ਕਹਿੰਦੀ ਮੇਰੇ ਨਾਲ ਬਹੁਤ ਤਰ੍ਹਾਂ ਦਾ ਜਿਹੜਾ ਸੀਗਾ ਉਹ ਬੁਰਾ ਅਤੇ ਉੱਚੀ ਬੋਲ ਕੇ ਮੈਨੂੰ ਗੁਰਦੁਆਰੇ ਸਾਹਿਬ ਜਾਣ ਤੋਂ ਰੋਕਣ ਲੱਗ ਪਿਆ। ਜਦ ਰੋਕਣ ਲੱਗਾ ਤਾਂ ਕਹਿੰਦੇ ਵੀ ਕਰਦੇ ਕਰਦੇ ਹਾਲਾਤ ਇੱਥੋਂ ਤੱਕ ਆਵੇ ਕਿ ਇਹ ਜਿਹੜੀ ਗੱਲ ਸੀ ਗੁਰਦੁਆਰਾ ਸਾਹਿਬ ਜਾਣ ਦੀ, ਕਹਿੰਦੀ ਵੀ ਇਹ ਮੇਰੇ ਪੇਕਿਆਂ ਤੱਕ ਵੀ ਪਹੁੰਚ ਗਈ। ਜਦ ਪੇਕਿਆਂ ਦੇ ਵਿੱਚ ਪਹੁੰਚੀ, ਕਹਿੰਦੇ ਫਿਰ ਮੇਰੇ ਭਰਾ ਜਿਹੜੇ ਮੇਰੇ ਪੇਕੇ ਸੀ ਉਹਨਾਂ ਦੇ ਘਰ ਦੇ ਵੀ ਸਾਰੇ ਆਏ। ਕਹਿੰਦੇ ਉਹ ਮੈਨੂੰ ਆਪਣੀਆਂ ਦਲੀਲਾਂ ਦੇ ਨਾਲ ਇਹ ਸਮਝਾਉਣ ਲੱਗ ਗਏ ਕਿ ਸਾਡੇ ਪਰਿਵਾਰ ਵਿੱਚੋਂ ਅਜੇ ਤੱਕ ਤਾਂ ਕੋਈ ਗੁਰਦੁਆਰੇ ਨਹੀਂ ਗਿਆ ਹੈਗਾ, ਤੂੰ ਗੁਰਦੁਆਰੇ ਸਾਹਿਬ ਕੀ ਕਰਨ ਜਾਂਦੀ ਹੈਗੀ ਆ, ਸਾਡੇ ਵਾਸਤੇ ਮੰਦਿਰ ਆ, ਅਸੀਂ ਹਿੰਦੂ ਹੈਗੇ ਆ, ਕੋਈ ਅਸੀਂ ਸਰਦਾਰ ਨਹੀਂ ਬਣਨਾ ਹੈਗਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਤਾਂ ਬੀਬੀ ਕਹਿਣ ਲੱਗੀ ਕਿ ਮੈਨੂੰ ਕਿਹਾ ਮੈਂ ਤੈਨੂੰ ਕੀ ਦੱਸਾਂ ਕਿ ਜੋ ਰਸ ਜੋ ਅੰਮ੍ਰਿਤ ਦੀ ਮੈਨੂੰ ਤਲਾਸ਼ ਸੀਗੀ ਹੈ ਨਾ, ਉਹ ਕੇਵਲ ਅਤੇ ਕੇਵਲ ਗੁਰੂ ਘਰ ਦੇ ਵਿੱਚ ਹੀ ਮੈਨੂੰ ਪ੍ਰਾਪਤ ਹੋਇਆ। ਅਤੇ ਜਿਹੜੀਆਂ ਅਨੁਭੂਤੀਆਂ ਮੈਨੂੰ ਇੰਨੇ ਸਾਲ ਠਾਕਰ ਦੀ ਪੂਜਾ ਕਰਦਿਆਂ ਪ੍ਰਾਪਤ ਨਹੀਂ ਹੋਈਆਂ, ਉਹ ਅਨੁਭੂਤੀਆਂ ਮੈਨੂੰ ਗੁਰੂ ਘਰ ਦੇ ਵਿੱਚ ਸਹਿਜ ਦੇ ਵਿੱਚ ਪ੍ਰਾਪਤ ਹੋ ਗਈਆਂ। ਪਰ ਕਹਿੰਦੇ ਮੇਰੇ ਘਰਦਿਆਂ ਨੇ ਮੇਰੀ ਇੱਕ ਨਹੀਂ ਸੁਣੀ, ਉਹਨਾਂ ਨੇ ਕੀ ਕੀਤਾ, ਮੇਰੇ 'ਤੇ ਬੈਨ ਲਾਤਾ। ਇਸ ਬੈਨ ਕਰਕੇ ਮੈਂ 10 ਦਿਨ ਗੁਰਦੁਆਰਾ ਸਾਹਿਬ ਨਹੀਂ ਜਾ ਸਕੀ। ਜਦੋਂ ਬੀਬੀ ਕਹਿੰਦੀ ਕਿ ਮੈਂ 10 ਦਿਨ ਗੁਰਦੁਆਰਾ ਸਾਹਿਬ ਨਹੀਂ ਜਾ ਸਕੀ ਤਾਂ ਮੇਰੇ ਅੰਦਰ ਤੜਫ ਜਿਹੜੀ ਸੀ ਉਹ ਮੱਛੀ ਨਾਲ ਵੀ ਜ਼ਿਆਦਾ ਵੱਧ ਗਈ। ਅਤੇ ਜਦ 11ਵਾਂ ਦਿਨ ਹੋਇਆ ਤਾਂ ਕਹਿੰਦੀ ਮੈਂ ਖੁਦ ਘਰ ਦੇ ਵਿੱਚ ਇਸ ਗੱਲ ਦੀ ਬਗਾਵਤ ਕਰ ਦਿੱਤੀ ਔਰ ਆਪਣੇ ਪਤੀ ਦੇਵ ਨੂੰ ਵੀ ਇਹ ਕਹਿ ਦਿੱਤਾ ਕਿ ਚਾਹੇ ਤੁਸੀਂ ਮੈਨੂੰ ਮਾਰੋ ਕੁੱਟੋ ਜੋ ਮਰਜ਼ੀ ਕਰੋ, ਪਰ ਮੈਨੂੰ ਹੁਣ ਗੁਰਦੁਆਰੇ ਸਾਹਿਬ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਬਸ ਕਹਿੰਦੀ ਜਦੋਂ ਮੈਂ ਇਹਦਾ ਡਟ ਕੇ ਵਿਰੋਧ ਕੀਤਾ, ਬਸ ਫਿਰ ਕੀ ਸੀ, ਕਹਿੰਦੀ ਵੀ ਮੈਂ ਉਸੇ ਟਾਈਮ ਇਸ਼ਨਾਨ ਪਾਣੀ ਕਰਕੇ ਅਤੇ ਸਿੱਧੀ ਕਹਿੰਦੀ ਮੈਂ ਗੁਰਦੁਆਰੇ ਸਾਹਿਬ ਪਹੁੰਚ ਗਈ। ਜਦ ਕਹਿੰਦੀ ਮੈਂ ਗੁਰਦੁਆਰੇ ਸਾਹਿਬ ਪਹੁੰਚੀ ਹਾਂ ਅਤੇ ਜਿਉਂ ਹੀ ਦਲੀਲ 'ਚ ਪੈਰ ਰੱਖਿਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਿਆਂ ਮੇਰੇ ਅੰਦਰੋਂ ਬੜੀ ਜ਼ੋਰ ਦੀ ਧਾਰ ਨਿਕਲੀ ਔਰ ਜਿਹੜੀ ਇੰਨੀ ਕਹਿੰਦੀ ਮੈਨੂੰ ਰੋਣਾ ਆਇਆ, ਇੰਨਾ ਵੈਰਾਗ ਆਇਆ ਕਿ ਮੈਂ ਗੁਰਦੁਆਰੇ ਸਾਹਿਬ ਜਦ ਤੱਕ ਬੈਠੀ ਰਹੀ ਉੱਚੀ ਕਹਿੰਦੀ ਵੀ ਮੈਂ ਧਾਹਾਂ ਮਾਰ ਕੇ ਆਪਣਾ ਦੁੱਖ ਸਾਂਝਾ ਕਰਦੀ ਰਹੀ ਕਿ ਇਹ ਸੱਚੇ ਪਾਤਸ਼ਾਹ ਤੂੰ ਮੈਨੂੰ 10 ਦਿਨ ਆਪਣੇ ਤੋਂ ਦੂਰ ਕਿਉਂ ਕੀਤਾ ਹੈ, ਅਤੇ ਇਹ ਧੰਨ ਗੁਰੂ ਨਾਨਕ ਸਾਹਿਬ ਤੂੰ ਮੈਨੂੰ ਆਪਣੇ ਤੋਂ ਦੂਰ ਕਿਉਂ ਕੀਤਾ ਹੈਗਾ। ਕਹਿੰਦੀ ਇਸ ਤਰ੍ਹਾਂ ਅਰਦਾਸ ਬੇਨਤੀਆਂ ਜੋਦੜੀਆਂ ਕਰਦੀ ਹੋਈ ਮੈਂ ਕਹਿੰਦੀ ਸਿਸਕੀਆਂ ਲੈਂਦੀ ਹੋਈ ਇਸੇ ਹੀ ਆਨੰਦ ਦੇ ਵਿੱਚ ਗਵਾਚ ਗਈ। ਔਰ ਉਸ ਤੋਂ ਬਾਅਦ ਕਹਿੰਦੀ ਮੈਂ ਜਿਉਂ ਬੈਠੀ 10 ਦਿਨਾਂ ਦਾ ਜਿਹੜਾ ਕਹਿੰਦੀ ਜੋ ਗੁਰੂ ਘਰ ਦੇ ਨਾਲ ਮੇਰਾ ਗਾਇਬ ਹੋ ਗਿਆ ਸੀ, ਜੋ ਵਿਛੋੜਾ ਪੈ ਗਿਆ ਸੀਗਾ, ਉਹ ਕਹਿੰਦੀ ਮੇਰਾ ਰੋ ਰੋ ਕੇ ਗੁਰੂ ਘਰ ਦੇ ਵਿੱਚ ਹੀ ਪੂਰਾ ਹੋ ਗਿਆ। ਅਤੇ ਮੇਰਾ ਮਨ ਜਦੋਂ ਪੂਰੀ ਤਰ੍ਹਾਂ ਹਲਕਾ ਹੋ ਗਿਆ, ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਘਰ ਪਹੁੰਚੀ। ਜਦ ਕਹਿੰਦੀ ਮੈਂ ਘਰ ਪਹੁੰਚੀ ਹਾਂ ਤਾਂ ਪਰ ਕਹਿੰਦੀ ਵੀ ਦੇਖੋ ਇੱਕ ਬੜੀ ਬੁਰੀ ਖਬਰ ਮੇਰੇ ਪਹੁੰਚਦਿਆਂ ਘਰ ਆਈ। ਉਹ ਕੀ ਆਈ ਕਿ ਮੇਰਾ ਜਿਹੜਾ ਕਹਿੰਦੀ ਵੱਡਾ ਲੜਕਾ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਔਰ ਉਸ ਐਕਸੀਡੈਂਟ ਦੇ ਵਿੱਚ ਮੇਰਾ ਜਿਹੜਾ ਬੇਟਾ ਸੀਗਾ ਉਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਪੂਰੀ ਤਰ੍ਹਾਂ ਉਹ ਟੁੱਟ ਗਿਆ, ਪੂਰੀ ਤਰ੍ਹਾਂ ਚੂਰ ਚੂਰ ਹੋਇਆ। ਜਦ ਕਹਿੰਦੀ ਮੈਨੂੰ ਘਰਦਿਆਂ ਨੇ ਇਹ ਦੱਸਿਆ ਕਿ ਤੇਰੇ ਲੜਕੇ ਦਾ ਐਕਸੀਡੈਂਟ ਹੋ ਗਿਆ ਤਾਂ ਜਿਹੜਾ ਮੋਟਰਸਾਈਕਲ ਸੀਗਾ ਪੂਰੀ ਤਰ੍ਹਾਂ ਟੁੱਟ ਭੱਜ ਗਿਆ ਹੈਗਾ। ਅਤੇ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਮੈਂ ਹੱਕੀ ਬੱਕੀ ਹੋ ਗਈ ਵੀ ਇਹ ਕਿਵੇਂ ਹੋ ਗਿਆ ਹੈ। ਪਰ ਕਹਿੰਦੀ ਦੂਸਰੇ ਪਲ ਜਿਹੜੀ ਖਬਰ ਇਹ ਆਈ ਵੀ ਜਿਹੜਾ ਤੇਰਾ ਲੜਕਾ ਬੇਟਾ ਹੈਗਾ ਉਸ ਐਕਸੀਡੈਂਟ ਦੇ ਅੰਦਰ ਮੋਟਰਸਾਈਕਲ ਦਾ ਚਾਹੇ ਉਹਦਾ ਪੂਰਾ ਜਲੇਬੀ ਵਾਂਗੂ ਗੋਲ ਹੋ ਗਿਆ, ਕਚਰਾ ਹੋ ਗਿਆ, ਪਰ ਤੇਰੇ ਲੜਕੇ ਦੇ ਝਰੀਟ ਤੱਕ ਨਹੀਂ ਆਈ। ਜਦ ਕਹਿੰਦੀ ਵੀ ਲੜਕੇ ਦੇ ਝਰੀਟ ਤੱਕ ਨਹੀਂ ਆਈ ਤਾਂ ਮੈਨੂੰ ਖਬਰ ਮਿਲੀ ਵੀ ਤੇਰਾ ਲੜਕਾ ਜਿਹੜਾ ਹੈਗਾ ਉਹ ਪਹਿਲੇ ਦੀ ਤਰ੍ਹਾਂ ਠੀਕ ਠਾਕ ਹੈ। ਬਸ ਫਿਰ ਕੀ ਸੀ, ਉਹ ਬੀਬੀ ਕਹਿਣ ਲੱਗੀ ਫਿਰ ਮੈਂ ਆਪਣੇ ਪਤੀ ਦੇਵ ਨੂੰ ਆਖਿਆ ਕਿ ਦੇਖੋ
ਮੇਰਾ ਲੜਕਾ ਮੋਟਰਸਾਈਕਲ 'ਤੇ ਜਾਂਦਾ ਸੀਗਾ ਅਤੇ ਉਹ ਮੋਟਰਸਾਈਕਲ ਚਾਹੇ ਚੂਰ ਚੂਰ ਹੋ ਗਿਆ, ਪਰ ਮੇਰੇ ਲੜਕੇ ਦੇ ਝਰੀਟ ਤੱਕ ਨਹੀਂ ਆਈ। ਇਹ ਸਾਰੀ ਬਖਸ਼ਿਸ਼ ਧੰਨ ਗੁਰੂ ਨਾਨਕ ਸਾਹਿਬ ਦੀ ਆ ਕਿ ਜਿਹਨੇ ਮੇਰੇ ਲੜਕੇ ਨੂੰ ਹੱਥ ਦੇ ਕੇ ਰੱਖ ਲਿਆ ਹੈਗਾ। ਜਦੋਂ ਕਹਿੰਦੀ ਮੈਂ ਉੱਚੀ ਉੱਚੀ ਘਰਦਿਆਂ ਨੂੰ ਇਹ ਦੱਸਿਆ ਤਾਂ ਕਹਿੰਦੀ ਮੇਰੇ ਜਿਹੜਾ ਸਾਰਾ ਪਰਿਵਾਰ ਸੀ ਚੁੱਪ ਕਰ ਗਿਆ, ਔਰ ਖ਼ਾਸ ਕਰਕੇ ਮੇਰੇ ਜਿਹੜੇ ਪਤੀ ਦੇਵ ਸੀ ਇਸ ਘਟਨਾ ਤੋਂ ਬੜੇ ਹੀ ਅੰਦਰੋਂ ਹੈਰਾਨ ਹੋਏ, ਔਰ ਕਹਿੰਦੀ ਉਸ ਤੋਂ ਬਾਅਦ ਫਿਰ ਉਹ ਚੁੱਪ ਕਰ ਗਏ। ਫਿਰ ਉਹ ਬੀਬੀ ਕਹਿੰਦੀ ਇਸ ਘਟਨਾ ਤੋਂ ਬਾਅਦ ਮੇਰੇ ਪਤੀ ਦੇਵ ਨੇ ਮੈਨੂੰ ਗੁਰਦੁਆਰੇ ਸਾਹਿਬ ਤੋਂ ਕਦੀ ਜਾਣ ਤੋਂ ਨਹੀਂ ਰੋਕਿਆ। ਜਦ ਕਹਿੰਦੀ ਜਾਣ ਤੋਂ ਨਹੀਂ ਰੋਕਿਆ ਤਾਂ ਮੈਂ ਗੁਰੂ ਘਰ ਜਾਣਾ, ਇਸ ਤਰ੍ਹਾਂ ਮੱਥਾ ਟੇਕਣਾ ਅਤੇ ਬਹਿਣਾ ਅਤੇ ਕੀਰਤਨ ਸਰਵਣ ਕਰਨਾ ਅਤੇ ਘਰ ਵਾਪਸ ਆ ਜਾਣਾ। ਕਹਿੰਦੀ ਵੀ ਅਚਨਚੇਤ ਇੱਕ ਦਿਨ ਮੈਂ ਇੱਕ ਅੰਮ੍ਰਿਤ ਚੈਨਲ ਸੀਗਾ, ਕਹਿੰਦੀ ਜਦ ਮੈਂ ਉਹ ਲਾਇਆ ਅਤੇ ਉਹਦੇ ਵਿੱਚੋਂ ਮੈਨੂੰ ਪਤਾ ਲੱਗਾ ਮਹਾਂਪੁਰਖਾਂ ਦੁਆਰਾ ਵੀ ਅਗਰ ਜਿਹੜੇ ਗੁਰਸਿੱਖ ਹੈ ਘਰ ਦੇ ਵਿੱਚ ਸਹਿਜ ਪਾਠ ਕਰਦੇ ਅਤੇ ਸਹਿਜ ਪਾਠ ਕਰਨ ਦਾ ਫਲ ਬੜਾ ਭਾਰੀ ਆ। ਉਸ ਤੋਂ ਬਾਅਦ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਮਨ ਦੇ ਵਿੱਚ ਸਹਿਜ ਪਾਠ ਕਰਨ ਦਾ ਉਤਸ਼ਾਹ ਆ ਗਿਆ, ਫੁਰਨਾ ਆਇਆ। ਜਦ ਕਹਿੰਦੀ ਫੁਰਨਾ ਆਇਆ ਅਤੇ ਮੈਂ ਕਿਹਾ ਵੀ ਮੈਂ ਵੀ ਹੈ ਨਾ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਜ਼ਰੂਰ ਆਰੰਭ ਕਰਨਾ ਹੈਗਾ। ਉਸ ਤੋਂ ਬਾਅਦ ਕਹਿੰਦੀ ਵੀ ਜਦੋਂ ਮੈਂ ਗੁਰਦੁਆਰਾ ਸਾਹਿਬ ਗਈ ਹਾਂ, ਜਾ ਕੇ ਅਗਲੇ ਦਿਨ ਜਦੋਂ ਮੈਂ ਮੱਥਾ ਟੇਕ ਕੇ ਮੇਰੇ ਅੰਦਰੋਂ ਜਾਣੀ ਇਹ ਗੱਲ ਜਿਹੜੀ ਸੀ ਬੜੇ ਜ਼ੋਰ ਦੇ ਨਾਲ ਨਿਕਲੀ ਕਿ ਤੇਰਾ ਜਿਹੜਾ ਛੋਟਾ ਬੇਟਾ ਹੈਗਾ ਜਾਂ ਬਾਕੀ ਪਰਿਵਾਰ ਹੈਗਾ ਉਹ ਸਾਰਾ ਗੁਰੂ ਘਰ ਨਾਲ ਟੁੱਟਿਆ ਹੈਗਾ। ਅਤੇ ਕਹਿੰਦੀ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮੇਰੇ ਸਾਰੇ ਟੱਬਰ ਨੂੰ ਸਮੱਤ ਬਖਸ਼ੋ, ਜਿਸ ਤਰ੍ਹਾਂ ਤੁਸੀਂ ਮੈਨੂੰ ਗੁਰੂ ਘਰ ਦੇ ਨਾਲ ਜੋੜਿਆ ਹੈਗਾ ਅਤੇ ਮੇਰਾ ਪਰਿਵਾਰ ਵੀ ਕਹਿੰਦੀ ਵੀ ਗੁਰੂ ਘਰ ਦੇ ਨਾਲ ਜੁੜ ਜਾਵੇ। ਉਸ ਤੋਂ ਬਾਅਦ ਕਹਿੰਦੀ ਵੀ ਕੀ ਹੋਇਆ ਸੀਗਾ ਕਿ ਜਦੋਂ ਮੈਂ ਅਰਦਾਸ ਬੇਨਤੀ ਕਰਕੇ ਜਦ ਵਾਪਸ ਘਰ ਦੇ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ ਕਹਿੰਦੀ ਮੇਰਾ ਜਿਹੜਾ ਭਰਾ ਸੀਗਾ ਉਹਦਾ ਕਹਿੰਦੀ ਮੈਨੂੰ ਫੋਨ ਆਇਆ। ਜਦ ਕਹਿੰਦੀ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਅਤੇ ਮੇਰੇ ਭਰਾ ਨੇ ਕਹਿੰਦੀ ਅਚਨਚੇਤ ਮੈਨੂੰ ਪੁੱਛਿਆ ਕਿ ਭੈਣ ਜੀ ਜਿਹੜਾ ਆਪਣਾ ਛੋਟਾ ਲੜਕਾ ਬੱਚਾ ਉਹ ਕੀ ਕੰਮ ਕਰਦਾ ਹੈਗਾ। ਮੈਂ ਉਹਨੂੰ ਕਿਹਾ ਵੀ ਤੈਨੂੰ ਪਹਿਲਾਂ ਹੀ ਪਤਾ ਹੈਗਾ ਕਿ ਉਹਦੀਆਂ ਕਿਹੋ ਜਿਹੀਆਂ ਕਰਤੂਤਾਂ ਹੈਗੀਆਂ, ਪਰ ਫਿਰ ਵੀ ਕਹਿੰਦੀ ਮੇਰਾ ਭਰਾ ਕਹਿੰਦਾ ਤੂੰ ਦੱਸ ਤਾਂ ਸਹੀ ਕਿ ਉਹ ਹੁਣ ਕੀ ਕਰਦਾ। ਕਹਿੰਦੀ ਮੈਂ ਉਹਨੂੰ ਦੱਸਿਆ ਵੀ ਉਹ ਕਰਨਾ ਕੀ ਆ, ਉਹ ਮਾੜੀ ਸੰਗਤ ਦੇ ਵਿੱਚ ਚਲ ਗਿਆ ਹੈਗਾ ਅਤੇ ਇਸ ਕਰਕੇ ਪੜ੍ਹਾਈ ਦੇ ਵਿੱਚ ਵੀ ਕਾਫੀ ਨਲਾਇਕ ਹੋ ਗਿਆ, ਔਰ ਖ਼ਾਸ ਕਰਕੇ ਆਪਣੇ ਬਾਪੂ ਦੇ ਨਾਲ ਗੱਲ ਦੇ ਉੱਤੇ ਝਗੜਾ ਕਰਦਾ ਰਹਿੰਦਾ ਹੈਗਾ। ਇਸ ਤਰ੍ਹਾਂ ਘਰ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੈਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਮੇਰਾ ਬ੍ਰਦਰ ਮੈਨੂੰ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇੱਦਾਂ ਕਰੋ ਉਹਨੂੰ ਮੇਰੇ ਪਾਸ ਭੇਜ ਦਿਓ ਅਤੇ ਮੈਂ ਉਹਨੂੰ ਚੰਗੀ ਤਰ੍ਹਾਂ ਪੜ੍ਹਾਊਂਗਾ ਅਤੇ ਉਹਨੂੰ ਇੱਥੇ ਹੀ ਬੰਦਿਆਂ ਵਾਂਗੂ ਚੰਗੀ ਤਰ੍ਹਾਂ ਸਿਕਸ਼ਾ ਦੇ ਕੇ ਵੱਡਾ ਬੰਦਾ ਜ਼ਰੂਰ ਬਣਾਊਂਗਾ। ਕਹਿੰਦੀ ਵੀ ਜਦੋਂ ਮੇਰੇ ਭਰਾ ਨੇ ਮੈਨੂੰ ਇਸ ਤਰ੍ਹਾਂ ਦਾ ਹੌਸਲਾ ਦਿੱਤਾ, ਉਹ ਬੀਬੀ ਕਹਿਣ ਲੱਗੀ ਕਿ ਮੈਂ ਮਨ ਹੈਰਾਨ ਹੋਈ ਕਿ ਮੇਰੇ ਭਰਾ ਨੂੰ ਪਹਿਲਾਂ ਵੀ ਪਤਾ ਸੀਗਾ ਕਿ ਉਸ ਦਾ ਜਿਹੜਾ ਭਾਣਜਾ ਹੈਗਾ ਉਹ ਥੋੜ੍ਹੀ ਗਲਤ ਸੰਗਤ ਦੇ ਵਿੱਚ ਪੈ ਗਿਆ ਹੈ ਅਤੇ ਪੜ੍ਹਾਈ ਦੇ ਵਿੱਚ ਵੀ ਬੜਾ ਨਿਲ ਹੋ ਗਿਆ, ਪਰ ਅਚਨਚੇਤ ਹੁਣ ਇਹਦੇ ਅੰਦਰੋਂ ਕਿਵੇਂ ਫੁਰਨਾ ਆ ਗਿਆ ਕਿ ਇਸ ਨੂੰ ਮੇਰੇ ਪਾਸ ਭੇਜ ਦਿਓ ਅਤੇ ਮੈਂ ਇਸ ਨੂੰ ਪੜ੍ਹਾਈ ਦੇ ਵਿੱਚ ਨਿਪੁੰਨ ਬਣਾ ਦਊਂਗਾ। ਫਿਰ ਕਹਿੰਦੀ ਮੈਂ ਸਤਿਗੁਰੂ ਦਾ ਅੰਦਰੋਂ ਅੰਦਰ ਸ਼ੁਕਰੀਆ ਕੀਤਾ ਕਿ ਇਹ ਸਾਰੀ ਖੇਡ ਜਿਹੜੀ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ ਜਿਹਨੇ ਮੇਰੇ ਭਰਾ ਨੂੰ ਸਮੱਤ ਦਿੱਤੀ ਆ। ਕਹਿੰਦੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਪਤੀ ਦੇਵ ਜੀ ਨੂੰ ਇਹ ਆਖਿਆ ਕਿ ਮੇਰੇ ਬ੍ਰਦਰ ਦਾ ਫੋਨ ਆਇਆ ਸੀਗਾ ਅਤੇ ਉਸ ਨੇ ਗੱਲ ਆਪਣੇ ਛੋਟੇ ਲੜਕੇ ਦੀ ਕੀਤੀ ਸੀ ਤਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਛੋਟੇ ਲੜਕੇ ਨੂੰ ਮੈਂ ਉਸ ਦੇ ਮਾਮੇ ਦੇ ਪਾਸ ਭੇਜ ਦਿੰਦੀ ਹਾਂ। ਉਹ ਕਹਿੰਦਾ ਮੇਰੇ ਪਾਸ ਰਹੂਗਾ ਅਤੇ ਮੈਂ ਇਹਦੀ ਨਿਗਰਾਨੀ ਵੀ ਰੱਖੂੰਗਾ ਅਤੇ ਇਹਦੀ ਜਿਹੜੀ ਇੱਥੇ ਗਲਤ ਸੰਗਤ ਹੈਗੀ ਉਹ ਵੀ ਛੁੱਟ ਜਾਊਗੀ ਅਤੇ ਇਹਨੂੰ ਮੈਂ ਪੜ੍ਹਾਈ ਦੇ ਵਿੱਚ ਟਿਊਸ਼ਨਾਂ ਵਗੈਰਾ ਰਖਾ ਕੇ ਵਧੀਆ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਬਣਾ ਦੂੰਗਾ। ਜਦ ਕਹਿੰਦੀ ਮੈਂ ਇਹ ਗੱਲ ਆਪਣੇ ਪਤੀ ਦੇਵ ਜੀ ਦੇ ਨਾਲ ਕੀਤੀ ਸੀ, ਮੇਰੇ ਪਤੀ ਦੇਵ ਜੀ ਜਿਹੜੇ ਸੀ ਕਹਿੰਦੀ ਇਹ ਗੱਲ ਸੁਣ ਕੇ ਜਿਹੜੇ ਸੀ ਅੰਦਰੋਂ ਖੁਸ਼ ਹੋ ਗਏ, ਕਹਿੰਦੇ ਚੱਲ ਠੀਕ ਆ ਜਿਵੇਂ ਤੇਰੀ ਮਰਜ਼ੀ ਆ। ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਲੜਕੇ ਨੂੰ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਫਿਰ ਕਹਿੰਦੀ ਮੈਂ ਆਪਣੇ ਭਰਾ ਦੇ ਪਾਸ ਭੇਜ ਦਿੱਤਾ। ਐਸੀ ਕਹਿੰਦੀ ਸਤਿਗੁਰੂ ਦੀ ਕਲਾ ਵਰਤੀ ਕਿ ਜਿਹੜਾ ਮੇਰਾ ਬੇਟਾ ਸੀਗਾ ਜਿੱਥੇ ਉਹ ਮਾੜੀ ਸੰਗਤ ਵੀ ਛੱਡ ਗਿਆ ਉੱਥੇ ਪੜ੍ਹਾਈ ਦੇ ਵਿੱਚ ਵੀ ਹੁਸ਼ਿਆਰ ਹੋ ਗਿਆ। ਔਰ ਕਹਿੰਦੀ ਪੜ੍ਹਾਈ ਕਰਨ ਤੋਂ ਬਾਅਦ ਕਹਿੰਦੀ ਉਹਨੇ +2 ਕੀਤੀ ਸੀ ਅਤੇ +2 ਦੇ ਵਿੱਚੋਂ 80% ਤੋਂ ਵੱਧ ਨੰਬਰ ਲੈ ਕੇ ਕਹਿੰਦੀ ਉਹ ਪਾਸ ਹੋਇਆ ਸੀ ਅੱਵਲ ਦਰਜੇ ਦੇ ਵਿੱਚ। ਜਦੋਂ ਕਹਿੰਦੀ ਉਹ ਘਰ ਆਇਆ ਤਾਂ ਕਹਿੰਦੀ ਵੀ ਸਾਰਾ ਜਿਹੜਾ ਪਰਿਵਾਰ ਸੀ ਬੜਾ ਹੈਰਾਨ ਸੀਗਾ, ਪਰ ਇਹ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੋਈ ਕਿ ਮੇਰੇ ਲੜਕੇ ਦੇ ਅੰਦਰ ਵੀ ਸਿੱਖੀ ਦੀ ਜਿਹੜੀ ਸੀ ਤੜਫ ਉਹ ਸਤਿਗੁਰੂ ਨੇ ਲਾਤੀ ਸੀ ਅਤੇ ਮੇਰੀ ਕੀਤੀ ਹੋਈ ਅਰਦਾਸ ਦਾ ਇਹ ਫਲ ਨਿਕਲਿਆ ਕਿ ਮੇਰਾ ਲੜਕਾ ਮੈਨੂੰ ਕਹਿਣ ਲੱਗਾ ਕਿ ਮਾਤਾ ਜੀ ਅਸੀਂ ਭਾਵੇਂ ਹਿੰਦੂ ਪਰਿਵਾਰ ਦੇ ਵਿੱਚੋਂ ਅਤੇ ਤੁਸੀਂ ਸਾਡੇ ਕੇਸ ਕਤਲ ਕੀਤੇ ਆ, ਪਰ ਮੈਂ ਜਦੋਂ ਹੁਣ ਆਪਣਾ ਵਿਆਹ ਕਰਾਊਂਗਾ ਤਾਂ ਮੈਂ ਤੁਹਾਨੂੰ ਇਹ ਗੱਲ ਪੱਕੇ ਤੌਰ 'ਤੇ ਕਹਿੰਦਾ ਕਿ ਇਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਸਰਦਾਰ ਬਣਾਊਂਗਾ, ਉਹਨਾਂ ਦੇ ਕੇਸ ਕਦੀ ਕਤਲ ਨਹੀਂ ਕਰੂੰਗਾ। ਜਦੋਂ ਬੀਬੀ ਕਹਿਣ ਲੱਗੀ ਕਿ ਮੈਂ ਆਪਣੇ ਛੋਟੇ ਬੱਚੇ ਦੇ ਮੂੰਹੋਂ ਇਹ ਗੱਲ ਸੁਣੀ ਆ ਤਾਂ ਕਹਿੰਦੀ ਵੀ ਮੈਂ ਆਪ ਵੀ ਬੜੀ ਹੈਰਾਨ ਹੋਈ ਅਤੇ ਉਹਦੇ ਪਿਤਾ ਵੀ ਸੁਣ ਕੇ ਜਿਹੜੇ ਸੀਗੇ ਬੜੇ ਚਕਿਤ ਰਹਿ ਗਏ ਵੀ ਇਸ ਬੱਚਾ ਜਿਹੜਾ 24 ਘੰਟੇ ਲੜਦਾ ਰਹਿੰਦਾ ਸੀ, ਮਾੜੀ ਸੰਗਤ ਸੀਗਾ, ਪੜ੍ਹਾਈ 'ਚ ਨਿੱਲ ਸੀਗਾ, ਕਿਵੇਂ ਉਹਦੇ ਵਿੱਚ ਤਬਦੀਲੀ ਆ ਗਈ। ਇਹ ਵੀ ਇੱਕ ਗੁਰੂ ਘਰ ਦੀ ਹੀ ਕਰਾਮਾਤ ਹੈਗੀ ਆ।
ਉਸ ਤੋਂ ਬਾਅਦ ਕਹਿੰਦੀ ਫਿਰ ਮੇਰੇ ਪਤੀ ਦੇਵ ਜੀ ਨੇ ਜਿਹੜਾ ਸੀਗਾ ਉਹਦੀ ਸ਼ਰਧਾ ਜਿਹੜੀ ਸੀਗੀ ਉਹ ਗੁਰੂ ਘਰ ਦੇ ਵਿੱਚ ਹੋਰ ਜ਼ਿਆਦਾ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਫਿਰ ਬੀਬੀ ਕਹਿੰਦੀ ਆ ਕਿ ਮੇਰੇ ਮਨ ਦੇ ਅੰਦਰ ਜਿਹੜੀ ਸਹਿਜ ਪਾਠ ਕਰਨ ਦੀ ਤੜਫਣਾ ਸੀਗੀ ਜਦ ਵਧੀ ਆ, ਤੇ ਕਹਿੰਦੀ ਫਿਰ ਇੱਕ ਦਿਨ ਮੈਂ ਆਪਣੇ ਪਤੀ ਜੀ ਨੂੰ ਇਹ ਆਖਿਆ ਕਿ ਮੈਂ ਸਹਿਜ ਪਾਠ ਕਰਨ ਵਾਸਤੇ ਪੋਥੀਆਂ ਮੰਗਾਉਣੀਆਂ ਹੈਗੀਆਂ, ਇਸ ਕਰਕੇ ਤੁਸੀਂ ਮੈਨੂੰ ਪੋਥੀਆਂ ਵਾਸਤੇ ਥੋੜ੍ਹੇ ਜਿਹੇ ਪੈਸੇ ਦਵੋ। ਕਹਿੰਦੀ ਵੀ ਜਦੋਂ ਮੈਂ ਪਤੀ ਦੇਵ ਜੀ ਨੂੰ ਆਖਿਆ ਤੇ ਮੇਰਾ ਜਿਹੜਾ ਘਰ ਵਾਲੇ ਸੀਗੇ, ਕਹਿੰਦੀ ਉਹਨੇ ਬੜੀ ਹੈਰਾਨੀ ਦੀ ਨਜ਼ਰ ਨਾਲ ਮੈਨੂੰ ਤੱਕਿਆ ਤੇ ਮੈਨੂੰ ਕਹਿਣ ਲੱਗਾ ਵੀ ਗੱਲ ਸੁਣ ਲੈ, ਇੱਕ ਗੁਰਦੁਆਰੇ ਆਉਣਾ ਜਾਣਾ ਠੀਕ ਆ, ਤੂੰ ਜਾਂਦੀ ਆ, ਸਾਰਾ ਕੁਛ ਕਰਦੀ ਆ, ਮੈਨੂੰ ਠੀਕ ਆ, ਇਹਦੇ ਵਿੱਚ ਮੈਨੂੰ ਕੋਈ ਇਤਰਾਜ਼ਗੀ ਨਹੀਂ, ਪਰ ਤੂੰ ਇੱਕ ਹੁਣ ਨਵਾਂ ਕੰਮ ਸ਼ੁਰੂ ਕਰਨ ਲੱਗੀ ਆ ਵੀ ਤੂੰ ਕਹਿੰਦੀ ਆ ਮੈਂ ਘਰ ਦੇ ਵਿੱਚ ਪੋਥੀਆਂ ਲਿਆਉਣੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਮੈਂ ਸਹਿਜ ਪਾਠ ਕਰਨਾ ਹੈਗਾ, ਇਹ ਤੂੰ ਇੱਕ ਨਵਾਂ ਕੰਮ ਸ਼ੁਰੂ ਕਰਨ ਲੱਗੀ ਆ। ਕਹਿੰਦੀ ਵੀ ਜਦੋਂ ਮੇਰਾ ਘਰ ਵਾਲਾ ਮੈਨੂੰ ਇਸ ਤਰ੍ਹਾਂ ਕਹਿਣ ਲੱਗਾ, ਕਹਿੰਦੀ ਫਿਰ ਮੈਂ ਉਹਨੂੰ ਦੱਸਿਆ ਕਿ ਅੰਮ੍ਰਿਤ ਚੈਨਲ ਦੇ ਵਿੱਚ ਇੱਕ ਮਹਾਤਮਾ ਨੇ ਮੈਨੂੰ ਇਹ ਦੱਸਿਆ ਸੀਗਾ ਕਿ ਜਿਹੜੇ ਪ੍ਰੇਮੀ ਘਰ ਦੇ ਵਿੱਚ ਸਹਿਜ ਪਾਠ ਕਰਦੇ ਆ, ਸਹਿਜ ਪਾਠ ਦਾ ਕਰਨ ਦਾ ਫਲ ਜਿਹੜਾ ਹੈਗਾ ਬਹੁਤ ਭਾਰੀ ਹੁੰਦਾ ਹੈਗਾ, ਅਤੇ ਇਸ ਕਰਕੇ ਮੈਂ ਸਹਿਜ ਪਾਠ ਜ਼ਰੂਰ ਆਰੰਭ ਕਰਨਾ ਹੈਗਾ। ਕਹਿੰਦੀ ਮੈਂ ਜਦੋਂ ਮੈਂ ਇਸ ਤਰ੍ਹਾਂ ਦੀ ਜਿਹੜੀ ਸਫਾਈ ਦਿੱਤੀ ਤੇ ਪਰ ਕਹਿੰਦੀ ਦੇਖੋ ਕਲਯੁਗ ਦਾ ਐਸਾ ਪ੍ਰਭਾਵ, ਮੇਰੇ ਪਤੀ ਦੇਵ ਜੀ ਕਹਿਣ ਲੱਗੇ ਚੱਲ ਠੀਕ ਆ, ਅਗਰ ਤੂੰ ਪੋਥੀਆਂ ਲਿਆਉਣੀਆਂ ਹੈਗੀਆਂ ਤੇ ਇਹ ਕੰਮ ਜਿਹੜਾ ਹੈਗਾ ਇਹ ਮੈਂ ਤੈਨੂੰ ਕਰ ਨਹੀਂ ਦੇਣਾ ਹੈਗਾ, ਤੇ ਨਾ ਮੈਂ ਤੈਨੂੰ ਪੋਥੀਆਂ ਖਰੀਦਣ ਵਾਸਤੇ ਕੋਈ ਨਿੱਕਾ ਪੈਸਾ ਦੇਣਾ। ਜਦੋਂ ਕਹਿੰਦੀ ਮੇਰੇ ਪਤੀ ਨੇ ਬਿਲਕੁਲ ਨਾ ਕਰ ਦਿੱਤੀ ਤੇ ਫਿਰ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਅੰਦਰੋਂ ਵੀ ਇੱਕ ਐਸੀ ਚੰਗਿਆੜੀ ਜਿਹੜੀ ਸੀ ਉਹ ਅੰਦਰੋਂ ਪ੍ਰੇਮ ਦੀ ਸਤਿਗੁਰਾਂ ਦੇ ਪ੍ਰਤੀ ਉੱਠੀ। ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਇਹ ਗੱਲ ਕਹਿਤਾ, ਚਲੋ ਠੀਕ ਆ, ਅਗਰ ਤੁਸੀਂ ਪੈਸੇ ਨਹੀਂ ਦਿੰਦੇ ਤਾਂ ਵੀ ਕੋਈ ਹਰਜ ਨਹੀਂ ਗਾ, ਅਤੇ ਮੈਂ ਪੋਥੀਆਂ ਤਾਂ ਜ਼ਰੂਰ ਮੰਗਵਾਉਣੀਆਂ ਹੈਗੀਆਂ, ਕਿਉਂਕਿ ਮੇਰੇ ਪਾਸ ਵੀ ਜਿਹੜੇ ਆ ਉਹ ਪੋਥੀਆਂ ਨੂੰ ਖਰੀਦਣ ਜੋਗੇ ਪੈਸੇ ਤਾਂ ਹੈਗੇ ਆ, ਕਿਉਂਕਿ ਉਹ ਜਿਹੜੀ ਬੀਬੀ ਸੀ ਕੁਛ ਨਾ ਕੁਛ ਜਿਹੜਾ ਸੀਗਾ ਉਹ ਆਂਢ ਗੁਆਂਢ ਦੇ ਲੋਕਾਂ ਦਾ ਜਿਹੜਾ ਸੀ ਉਹ ਹੱਥੀਂ ਕੰਮ ਕਰਦੀ ਹੁੰਦੀ ਸੀ, ਅਤੇ ਥੋੜ੍ਹੇ ਬਹੁਤੇ ਉਹਨੇ ਜਿਹੜੇ ਮਾਇਆ ਸੀਗੀ ਉਹ ਆਪਣੇ ਗੁਜ਼ਾਰੇ ਵਾਸਤੇ ਥੋੜ੍ਹੀ ਬਹੁਤੀ ਘਰ 'ਚ ਸਾਂਭ ਕੇ ਰੱਖੀ ਹੋਈ ਸੀ। ਫਿਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਜਿਹੜੇ ਸੀ ਇਹ ਪੈਸੇ ਪੋਥੀਆਂ ਮੰਗਵਾਉਣ ਵਾਸਤੇ ਜਦ ਭੇਜ ਦਿੱਤੇ, ਅਤੇ ਉਸ ਤੋਂ ਬਾਅਦ ਕਹਿੰਦੀ ਮੈਂ ਰੋਜ਼ ਜਿਹੜੀ ਦਰਵਾਜ਼ੇ 'ਤੇ ਖੜ੍ਹ ਜਾਣਾ ਵੀ ਇਹ ਪੋਥੀਆਂ ਅੱਜ ਵੀ ਆਉਂਦੀਆਂ, ਪਰ ਕਹਿੰਦੀ ਵੀ ਉਹ ਪੋਥੀਆਂ ਆਉਂਦੀਆਂ ਬਹੁਤ ਟਾਈਮ ਲੱਗ ਗਿਆ, ਅਤੇ ਘੱਟੋ ਘੱਟ ਨਹੀਂ ਤਾਂ ਕਹਿੰਦੀ ਵੀ 1.5 ਮਹੀਨਾ ਲੱਗਾ ਜਾਂ 1.5 ਮਹੀਨਾ ਲੱਗਾ। ਕਹਿੰਦੀ ਮੇਰੀ ਰੋਜ਼ ਦੀ ਇੰਤਜ਼ਾਰ ਦੀ ਤੜਫ ਇੰਨੀ ਵੱਧਦੀ ਗਈ ਕਿ ਇਹ ਪੋਥੀਆਂ ਜਦੋਂ ਮੈਨੂੰ 1.5 ਮਹੀਨੇ ਬਾਅਦ ਕਹਿੰਦੀ ਪ੍ਰਾਪਤ ਹੋਈਆਂ, ਜਿਉਂ ਹੀ ਕਹਿੰਦੀ ਮੈਂ ਪੋਥੀਆਂ ਨੂੰ ਆਪਣੇ ਘਰ ਦੇ ਸੁੰਦਰ ਟੇਬਲ ਦੇ ਉੱਤੇ ਕਹਿੰਦੀ ਰੱਖਿਆ, ਅਤੇ ਬਸ ਕਹਿੰਦੀ ਇਹਨਾਂ ਪੋਥੀਆਂ ਨੂੰ ਦੇਖਦੇ ਸਾਰ ਬੀਬੀ ਕਹਿੰਦੀ ਮੇਰੀਆਂ ਧਾਹਾਂ ਨਿਕਲ ਗਈਆਂ, ਅਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਉਹ ਮੇਰੇ ਘਰ ਦੇ ਵਿੱਚ ਪਹਿਲੀ ਵਾਰ ਚਰਨ ਪਸਾਰ ਕੇ ਬੈਠ ਗਏ ਆ। ਜਦ ਕਹਿੰਦੀ ਵੀ ਇਹ ਮੇਰੇ ਅੰਦਰ ਪ੍ਰਤੀਤੀ ਆਈ, ਅਤੇ ਇਸ ਤੋਂ ਬਾਅਦ ਬੀਬੀ ਕਹਿੰਦੀ ਕਿ ਮੈਨੂੰ ਇੰਨਾ ਬਰਾਗ ਆਇਆ ਅਤੇ ਇੰਨਾ ਬਰਾਗ ਆਇਆ, ਕਹਿੰਦੀ ਵੀ ਮੈਂ ਰੱਜ ਕੇ ਜਿਹੜੀ ਸੀ ਉਹ ਪੋਥੀਆਂ ਦੇ ਸਾਹਮਣੇ ਬੈਠ ਕੇ ਰੋਣ ਲੱਗ ਪਈ ਸੀ। ਜਦ ਕਹਿੰਦੀ ਰੋਣ ਲੱਗੀ ਅਤੇ ਮਨ 'ਚ ਖੁਸ਼ੀ ਵੀ ਬੜੀ ਹੋਈ। ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਅਗਲੇ ਦਿਨ ਇਸ਼ਨਾਨ ਕਰਕੇ ਜਦ ਗੁਰਦੁਆਰੇ ਸਾਹਿਬ ਪਹੁੰਚੀ ਆ, ਅਤੇ ਉੱਥੇ ਗ੍ਰਾਤੀ ਸਿੰਘ ਨੂੰ ਜਿਹੜੀ ਸੀ ਕਹਿੰਦੀ ਵੀ ਮੈਂ ਬੇਨਤੀ ਕੀਤੀ ਕਿ ਮੈਂ ਸਹਿਜ ਪਾਠ ਸ਼ੁਰੂ ਕਰਨਾ ਹੈਗਾ, ਅਤੇ ਤੁਸੀਂ ਮੈਨੂੰ ਇਸ ਸਹਿਜ ਪਾਠ ਕਰਨ ਦੀ ਵਿਧੀ ਦੱਸੋ। ਫਿਰ ਕਹਿੰਦੀ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਦੱਸਿਆ ਸੀਗਾ ਕਿ ਕਿਵੇਂ ਤੁਸੀਂ ਥੋੜ੍ਹੀ ਦੇਗ ਤਿਆਰ ਕਰ ਲੈਣੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਤਾਂ ਫਿਰ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਪਾਠ ਹੈਗਾ ਕਹਿੰਦੀ ਉਹ ਸ਼ੁਰੂ ਕਰ ਦੇਣਾ ਹੈਗਾ। ਕਹਿੰਦੀ ਇਹਨਾਂ ਵਿਧੀਆਂ ਤੋਂ ਬਾਅਦ ਕਹਿੰਦੀ ਫਿਰ ਮੈਂ ਘਰ ਦੇ ਵਿੱਚ ਸਹਿਜ ਪਾਠ ਦੀ ਆਰੰਭਤਾ ਕਰ ਦਿੱਤੀ। ਜਦ ਕਹਿੰਦੀ ਸਹਿਜ ਪਾਠ ਦੀ ਆਰੰਭਤਾ ਕੀਤੀ ਆ, ਉਸ ਤੋਂ ਬਾਅਦ ਕਹਿੰਦੀ ਜਿਹੜਾ ਸਮਾਂ ਸੀਗਾ ਉਹ ਗੁਜ਼ਰਦਾ ਗਿਆ। ਤਕਰੀਬਨ ਕਹਿੰਦੀ ਵੀ 10-15 ਦਿਨ ਹੋਏ ਇਸੇ ਤਰ੍ਹਾਂ ਮੈਨੂੰ ਸਹਿਜ ਪਾਠ ਦਾ ਜਿਹੜਾ ਜਾਪ ਸੀਗਾ ਘਰ ਦੇ ਵਿੱਚ ਕਰਦੀ ਹੋਈ ਨੂੰ। ਜਦੋਂ ਕਹਿੰਦੀ ਮੈਂ ਸਹਿਜ ਪਾਠ ਦੀ ਗੁਰਬਾਣੀ ਘਰ ਦੇ ਵਿੱਚ ਕਰਦੀ ਸੀਗੀ, ਅਤੇ ਕਹਿੰਦੀ ਵੀ ਅਚਨਚੇਤ ਮੇਰੇ ਪਤੀ ਜੀ ਘਬਰਾ ਕੇ ਮੇਰੇ ਪਾਸੇ ਅਤੇ ਮੈਨੂੰ ਕਹਿਣ ਲੱਗੇ ਕਿ ਮੇਰੇ ਦਰਦ ਹੁੰਦੀ ਆ। ਕਹਿੰਦੀ ਕਿ ਮੈਂ ਜਦ ਪੁੱਛਿਆ ਵੀ ਕੀ ਕਾਹਦੇ ਦਰਦ ਹੁੰਦੀ ਹੈ, ਤਾਂ ਕਹਿਣ ਲੱਗੀ ਵੀ ਉਹੀ ਦਰਦ ਜਿਹੜੀ ਮੈਨੂੰ ਅਕਸਰ ਕਿਤੇ ਕਿਤੇ ਹੁੰਦੀ ਸੀ। ਕਹਿੰਦੀ ਮੈਂ ਸਮਝ ਗਈ ਕਿ ਮੇਰੇ ਪਤੀ ਦੇਵ ਨੂੰ 2-3 ਸਾਲ ਤੋਂ ਇੱਕ ਪੱਥਰੀ ਦੀ ਪ੍ਰੋਬਲਮ ਸੀਗੀ, ਜਿਸ ਕਰਕੇ ਕਿਤੇ ਕਿਤੇ ਜਿਹੜੀ ਦਰਦ ਉੱਠਦੀ ਹੁੰਦੀ ਸੀ, ਪਰ ਉਸ ਤੋਂ ਬਾਅਦ ਇਹ ਦਰਦ ਜਿਹੜੀ ਸੀ ਉਹ ਫਿਰ ਬੰਦ ਹੋ ਜਾਂਦੀ ਸੀ। ਕਹਿੰਦੀ ਫਿਰ ਮੈਂ ਆਪਣੇ ਪਤੀ ਦੇਵ ਜੀ ਨੂੰ ਆਖਿਆ, ਮੈਂ ਕਿਹਾ ਕੋਈ ਗੱਲ ਨਹੀਂ, ਇਹ ਜਿਹੜੀ ਪੱਥਰੀ ਦੀ ਪ੍ਰੋਬਲਮ ਹੈਗੀ ਇਹ ਕਾਫੀ ਪੁਰਾਣੀ ਹੈਗੀ ਆ, ਅਤੇ ਜਿਵੇਂ ਅੱਗੇ ਦਰਦ ਹੁੰਦੀ ਸੀ ਇਹ ਵੀ ਦਰਦ ਜਿਹੜੀ ਹੈਗੀ ਆ ਉਹ ਇਸੇ ਤਰ੍ਹਾਂ ਬੰਦ ਹੋ ਜਾਊਗੀ। ਪਰ ਕਹਿੰਦੇ ਮੇਰੇ ਪਤੀ ਦੇਵ ਜੀ ਕਹਿਣ ਲੱਗੇ ਵੀ ਉਹ ਗੱਲ ਤੇਰੀ ਠੀਕ ਹੈਗੀ ਆ, ਪਰ ਮੈਨੂੰ ਲੱਗਦਾ ਹੈਗਾ ਵੀ ਇਹ ਦਰਦ ਜਿਹੜੀ ਅੱਗੇ ਨਾਲੋਂ ਜ਼ਿਆਦਾ ਤੇਜ਼ ਹੋ ਰਹੀ ਆ। ਪਰ ਕਹਿੰਦੀ ਵੀ ਅਸੀਂ ਕੋਈ ਧਿਆਨ ਨਹੀਂ ਦਿੱਤਾ। ਅਚਨਚੇਤ ਕਹਿੰਦੇ ਮੇਰੇ ਪਤੀ ਜਿਹੜੇ ਸੀਗੇ ਜਦ ਕਹਿੰਦੀ ਵੀ ਉਹ ਡਿਊਟੀ 'ਤੇ ਗਏ ਸੀਗੇ ਅਤੇ ਕਿਸੇ ਡਾਕਟਰ ਪਾਸ ਜਾ ਗਏ, ਜਦ ਹੌਸਪੀਟਲ ਡਾਕਟਰ ਦੇ ਪਾਸ ਆਪੇ ਹੀ ਪਹੁੰਚ ਗਏ, ਅਤੇ ਜਦ ਉਹਨਾਂ ਨੇ ਆਪਣਾ ਜਿਹੜਾ ਚੈੱਕਅਪ ਕਹਿੰਦੀ ਡਾਕਟਰ ਸਾਹਿਬ ਨੂੰ ਕਰਾਇਆ ਸੀਗਾ, ਤਾਂ ਫਿਰ ਕਹਿੰਦੀ ਵੀ ਡਾਕਟਰ ਸਾਹਿਬ ਨੇ ਸਕੈਨਿੰਗ ਕਰਕੇ ਇਹ ਦੱਸਿਆ ਸੀਗਾ ਕਿ ਤੇਰੇ ਪੇਟ ਦੇ ਵਿੱਚ ਜਿਹੜੀ ਪੱਥਰੀ ਹੈਗੀ ਆ ਉਹ 10 mm ਦੀ ਬਣ ਚੁੱਕੀ ਹੈਗੀ ਆ।
ਤੇ ਇਹ ਜਿਹੜੀ ਪੱਥਰੀ 10 mm ਦੀ ਆ, ਇਹਦੇ ਨਾਲ ਹੋਰ ਵੀ ਛੋਟੀਆਂ ਪੱਥਰੀਆਂ ਜਿਹੜੀਆਂ ਨਾਲ ਹੈਗੀਆਂ। ਔਰ ਸਭ ਤੋਂ ਕਹਿੰਦੀ ਵੀ ਖਤਰੇ ਦੀ ਗੱਲ ਡਾਕਟਰ ਸਾਹਿਬ ਨੇ ਮੇਰੇ ਪਤੀ ਦੇਵ ਨੂੰ ਇਹ ਦੱਸੀ ਹੈ ਕਿ ਇਹ ਜਿਹੜੀ ਪੱਥਰੀ ਹੈਗੀ ਆ ਨਾ ਤੇਰੀ, ਇਹ ਹੁਣ ਪਿਸ਼ਾਬ ਵਾਲੀ ਨਾਲੀ ਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੀ ਆ। ਇਸ ਕਰਕੇ ਤੁਹਾਨੂੰ ਹੁਣ ਇਹ ਐਮਰਜੈਂਸੀ ਪ੍ਰਸ਼ਨ ਕਰਾਉਣਾ ਪੈਣਾ ਹੈਗਾ। ਕਿਉਂ? ਅਗਰ ਤੁਸੀਂ ਹੁਣ ਪ੍ਰਸ਼ਨ ਨਹੀਂ ਕਰਾਇਆ ਹੈ ਨਾ, ਤਾਂ ਫਿਰ ਹੋ ਸਕਦਾ ਹੈਗਾ ਕਿ ਇਹ ਜਿਹੜੀ ਪਿਸ਼ਾਬ ਵਾਲੀ ਨਾਲੀ ਹੈਗੀ ਇਹ ਫਟ ਵੀ ਸਕਦੀ ਹੈ, ਅਤੇ ਇਹਦਾ ਜਿਹੜਾ ਜ਼ਹਿਰ ਹੈਗਾ ਉਹ ਪਿੱਛੇ ਸਾਰੇ ਸਰੀਰ ਦੇ ਵਿੱਚ ਫੈਲ ਸਕਦਾ, ਅਤੇ ਨਤੀਜਾ ਕੁਛ ਵੀ ਹੋ ਸਕਦਾ ਹੈਗਾ। ਫਿਰ ਕਹਿੰਦੇ ਵੀ ਮੇਰੀ ਪਤੀ ਜੀ ਨੂੰ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਜਿਹੜਾ ਸੀਗਾ ਪੂਰੀ ਤਰ੍ਹਾਂ ਇਸ ਪੱਥਰੀ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਸੀ। ਉਸ ਤੋਂ ਬਾਅਦ ਕਹਿੰਦੇ ਮੇਰੀ ਪਤੀ ਦੇਵ ਜੀ ਨੇ ਮੈਨੂੰ ਘਰ ਫੋਨ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ 25,000 ਰੁਪਈਆ ਲੈ ਕੇ ਹੌਸਪੀਟਲ ਪਹੁੰਚੋ ਹੁਣੇ। ਅਤੇ ਕਹਿੰਦੀ ਮੈਂ ਪੁੱਛਿਆ ਵੀ ਗੱਲ ਕੀ ਹੋਈ ਆ? ਫਿਰ ਕਹਿੰਦੇ ਮੇਰੇ ਘਰ ਵਾਲੇ ਮੈਨੂੰ ਦੱਸਿਆ ਹੈਗਾ ਵੀ ਦਰਅਸਲ ਗੱਲ ਇਹ ਹੈ ਕਿ ਮੈਂ ਜਿਹੜੀ ਅਲਟਰਾਸਾਊਂਡ ਕਰਾਈ ਹੈਗੀ ਆ, ਤਾਂ ਉਹਦੇ ਵਿੱਚ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਆਹ ਜਿਹੜੀ ਪੱਥਰੀ ਹੈਗੀ ਆ ਇਹਦਾ ਖਤਰਾ ਤੇਰੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਬਣ ਚੁੱਕਾ, ਅਤੇ ਇਸ ਕਰਕੇ ਅੱਜ ਹੀ ਪ੍ਰਸ਼ਨ ਕਰਨਾ ਹੈਗਾ। ਜਦੋਂ ਕਹਿੰਦੇ ਫਿਰ ਮੇਰੇ ਪਤੀ ਦੇਵ ਨੇ ਮੈਨੂੰ ਇਸ ਤਰ੍ਹਾਂ ਸਾਰੀ ਗੱਲਬਾਤ ਦੱਸੀ, ਅਤੇ ਉਹ ਸਿਦਕ ਵਾਲੀ ਬੀਬੀ ਕਹਿਣ ਲੱਗੀ ਕਿ ਮੈਂ ਆਪਣੇ ਪਤੀ ਦੇਵ ਜੀ ਨੂੰ ਆਖਿਆ, ਮੈਂ ਕਿਹਾ ਵੀ ਡਾਕਟਰ ਤਾਂ ਕੁਛ ਵੀ ਕਹਿੰਦੇ ਆ, ਤੁਸੀਂ ਇਸ ਤਰ੍ਹਾਂ ਕਰੋ ਹੁਣ ਤੁਸੀਂ ਹੈ ਨਾ ਘਰ ਆ ਜਾਓ, ਪ੍ਰਸ਼ਨ ਨਹੀਂ ਕਰਾਉਣਾ ਹੈਗਾ। ਕਹਿੰਦੀ ਵੀ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਕਹੀ, ਅਤੇ ਮੇਰਾ ਘਰ ਵਾਲਾ ਜਿਹੜਾ ਸੀਗਾ ਕਹਿੰਦੀ ਵੀ ਥੋੜ੍ਹਾ ਜਿਹਾ ਗਰਮ 'ਚ ਬੋਲਿਆ ਵੀ ਇਹ ਤੂੰ ਕਿਵੇਂ ਕਹਿ ਸਕਦੀ ਆ? ਇੱਕ ਵਾਰ ਨਹੀਂ ਤਾਂ ਡਾਕਟਰ ਸਾਹਿਬ ਕਹਿੰਦੇ ਵੀ ਐਮਰਜੈਂਸੀ ਪ੍ਰਸ਼ਨ ਹੈਗਾ, ਅਤੇ 10 mm ਦੀ ਪੱਥਰੀ ਜਿਹੜੀ ਉਹ ਪਿਸ਼ਾਬ ਦੀ ਨਾਲੀ 'ਚ ਰੁਕੀ ਆ, ਅਤੇ ਅਗਰ ਨਾ ਕੱਢੀ ਗਈ ਤਾਂ ਕੁਛ ਵੀ ਰਿਜ਼ਲਟ ਆ ਸਕਦਾ, ਅਤੇ ਤੂੰ ਮੈਨੂੰ ਕਹਿੰਦੀ ਘਰ ਆ ਜਾਓ। ਅਤੇ ਉਸ ਤੋਂ ਬਾਅਦ ਕਹਿੰਦੇ ਵੀ ਜਦੋਂ ਮੇਰੇ ਪਤੀ ਦੇਵ ਨੇ ਮੈਨੂੰ ਡਾਂਟ ਪਾਈ, ਅਤੇ ਫਿਰ ਉਹ ਬੀਬੀ ਕਹਿਣ ਲੱਗੀ ਕਿ ਮੈਂ ਆਪਣੇ ਪਤੀ ਦੇਵ ਜੀ ਨੂੰ ਆਖਿਆ ਵੀ ਦੇਖੋ ਮੈਂ ਜਿਹੜੀ ਵੀ ਗੱਲ ਕਹਿੰਦੀ ਹਾਂ ਮੈਂ ਆਪਣੇ ਸਤਿਗੁਰ ਦੇ ਭਰੋਸੇ 'ਤੇ ਕਹਿ ਰਹੀ ਹਾਂ, ਇਸ ਕਰਕੇ ਤੁਸੀਂ ਘਰ ਆ ਜਾਓ, ਅਤੇ ਘਰ ਆ ਕੇ ਮੈਂ ਤੁਹਾਡੇ ਨਾਲ ਸਾਰੀ ਗੱਲ ਕਰਦੀ ਹਾਂ। ਉਸ ਤੋਂ ਬਾਅਦ ਕਹਿੰਦੇ ਫਿਰ ਜਿਹੜੇ ਮੇਰੇ ਪਤੀ ਦੇਵ ਸੀ ਚੁੱਪ ਕਰ ਗਏ। ਅਤੇ ਉਸ ਤੋਂ ਬਾਅਦ ਕਹਿੰਦੇ ਮੇਰੇ ਪਤੀ ਦੇਵ ਜੀ ਜਦ ਘਰ ਆਏ ਆ, ਘਰ ਆ ਕੇ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਦੱਸ ਹੁਣ ਮੈਂ ਕੀ ਕਰਾਂ? ਅਤੇ ਕਹਿੰਦੇ ਫਿਰ ਮੈਂ ਆਪਣੇ ਪਤੀ ਜੀ ਨੂੰ ਆਖਿਆ, ਮੈਂ ਕਿਹਾ ਦੇਖੋ ਸਤਿਗੁਰ ਦੇ ਭਰੋਸੇ 'ਤੇ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਤੁਸੀਂ ਮੈਨੂੰ ਜ਼ਿਆਦਾ ਨਹੀਂ ਹੈ ਨਾ, ਘੱਟੋ ਘੱਟ 1 ਹਫ਼ਤੇ ਦਾ ਟਾਈਮ ਜ਼ਰੂਰ ਦਿਓ। ਤਾਂ ਮੈਨੂੰ ਪੂਰਾ ਭਰੋਸਾ ਯਕੀਨ ਹੈਗਾ ਕਿ 1 ਹਫ਼ਤੇ ਦੇ ਅੰਦਰ ਅੰਦਰ ਸਤਿਗੁਰ ਕੋਈ ਨਾ ਕੋਈ ਐਸੀ ਖੇਡ ਵਰਤਾਉਣਗੇ ਕਿ ਜਿਹਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਆਰਾਮ ਆ ਜਾਊਗਾ। ਕਹਿੰਦੇ ਜਦੋਂ ਮੈਂ ਆਪਣੇ ਪਤੀ ਨੂੰ ਬੜੀ ਧੀਰਜ ਨਾਲ ਇਸ ਤਰ੍ਹਾਂ ਦੇਖਿਆ, ਤਾਂ ਕਹਿੰਦੇ ਫਿਰ ਮੇਰੇ ਪਤੀ ਦੇਵ ਜੀ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਤੱਕਿਆ। ਕਹਿੰਦੇ ਉਹਨਾਂ ਨੂੰ ਪਤਾ ਸੀਗਾ ਕਿ ਗੁਰਦੁਆਰਾ ਸਾਹਿਬ ਤਾਂ ਜਾਂਦੀ, ਸਹਿਜ ਪਾਠ ਵੀ ਕਰਦੀ ਆ, ਅੰਮ੍ਰਿਤ ਵੇਲੇ ਵੀ ਕਹਿੰਦੇ ਉੱਠਦੀ ਆ। ਅਤੇ ਫਿਰ ਕਹਿੰਦੇ ਮੇਰੇ ਪਤੀ ਦੇਵ ਜੀ ਕਹਿੰਦੇ ਚੱਲ ਠੀਕ ਆ, ਪਰ ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜੀ ਖੇਡ ਹੈਗੀ ਤੇਰੀ ਇਹ ਬੜੀ ਰਿਸਕੀ ਹੈਗੀ ਆ। ਕਹਿੰਦੀ ਫਿਰ ਮੈਂ ਆਪਣੇ ਪਤੀ ਦੇਵ ਨੂੰ ਆਖਿਆ ਕਿ ਇਹ ਸਿਰਫ ਸਤਿਗੁਰ ਦੇ ਪ੍ਰਤੀ ਮੇਰਾ ਪੂਰਨ ਵਿਸ਼ਵਾਸ, ਸ਼ਰਧਾ ਅਤੇ ਭਰੋਸਾ ਹੈਗਾ। ਉਸ ਤੋਂ ਬਾਅਦ ਫਿਰ ਉਸ ਬੀਬੀ ਨੇ ਦੱਸਿਆ ਸੀਗਾ ਕਿ ਇਸ ਤੋਂ ਬਾਅਦ ਮੈਂ ਆਪਣੇ ਪਤੀ ਦੇਵ ਜੀ ਨੂੰ ਦੂਸਰੀ ਗੱਲ ਇਹ ਵੀ ਆਖੀ ਸੀ, ਮੈਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਜਿਸ ਤਰ੍ਹਾਂ ਮੈਂ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਦੀ ਹਾਂ, ਤੁਸੀਂ ਵੀ 2 ਵਜੇ ਉੱਠ ਕੇ ਇਸ਼ਨਾਨ ਕਰਨਾ ਹੈਗਾ, ਅਤੇ ਜਿਵੇਂ ਮੈਂ ਸਹਿਜ ਪਾਠ ਕਰਦੀ ਹਾਂ ਤੁਸੀਂ ਮੇਰਾ ਸਹਿਜ ਪਾਠ ਜਿਹੜਾ ਹੈ ਨਾ ਉਹ ਬੈਠ ਕੇ ਸੁਣਨਾ ਹੈਗਾ। ਉਸ ਤੋਂ ਬਾਅਦ ਆਪਾਂ ਗੁਰਦੁਆਰੇ ਸਾਹਿਬ ਜਾਣਾ, ਮੱਥਾ ਟੇਕਣਾ ਅਤੇ ਫਿਰ ਵਾਪਸ ਆ ਜਾਣਾ। ਕਹਿੰਦੇ ਵੀ ਜਦੋਂ ਮੈਂ ਇਹ ਜਿਹੜੀ ਦੂਸਰੀ ਗੱਲ ਸੀ ਆਪਣੇ ਪਤੀ ਦੇਵ ਜੀ ਨੂੰ ਕਹੀ ਸੀ, ਤਾਂ ਫਿਰ ਕਹਿੰਦੇ ਮੇਰਾ ਜਿਹੜਾ ਘਰ ਵਾਲਾ ਸੀਗਾ ਉਸਨੇ ਕੋਈ ਜਵਾਬ ਨਹੀਂ ਦਿੱਤਾ, ਅਤੇ ਕਹਿਣ ਲੱਗਾ ਚੱਲ ਠੀਕ ਆ, ਜਿਸ ਤਰ੍ਹਾਂ ਤੂੰ ਕਹਿੰਦੀ ਮੈਂ ਉਸ ਤਰ੍ਹਾਂ ਕਰਕੇ ਦੇਖ ਲੈਂਦਾ। ਅਗਲੇ ਦਿਨ ਉਹ ਬੀਬੀ ਕਹਿਣ ਲੱਗੀ ਕਿ ਜਦੋਂ ਮੈਂ 2 ਵਜੇ ਉੱਠੀ ਇਸ਼ਨਾਨ ਕੀਤਾ, ਆਪਣੇ ਪਤੀ ਦੇਵ ਜੀ ਨੂੰ ਵੀ ਬਰਾਬਰ ਹੀ ਠਾਲ ਲਿਆ, ਉਹਨੇ ਵੀ ਇਸ਼ਨਾਨ ਕੀਤਾ। ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਸਹਿਜ ਪਾਠ ਕੀਤਾ, ਮੇਰੇ ਪਤੀ ਦੇਵ ਜੀ ਜਿਹੜੇ ਸੀ ਬੈਠ ਕੇ ਸੁਣਦੇ ਰਹੇ। ਉਸ ਤੋਂ ਬਾਅਦ ਕਹਿੰਦੇ ਅਸੀਂ ਦੋਨੇ ਜਿਹੜੇ ਮੀਆਂ ਬੀਬੀ ਸੀ ਉਹ ਗੁਰਦੁਆਰੇ ਸਾਹਿਬ ਗਏ, ਅਤੇ ਜਦ ਕਹਿੰਦੇ ਗੁਰਦੁਆਰੇ ਸਾਹਿਬ ਗਏ ਆ, ਅਤੇ ਗੁਰਦੁਆਰੇ ਸਾਹਿਬ ਜਦ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਸੀ, ਕੀਰਤਨ ਨੂੰ ਸੁਣ ਕੇ ਮੇਰੇ ਪਤੀ ਦੇਵ ਜੀ ਪਹਿਲੀ ਵਾਰ ਇੱਕ ਐਸੇ ਆਨੰਦ ਲਾਹੀ ਦੇ ਵਿੱਚ ਚੱਲ ਗਏ ਸੀਗੇ ਜਿਹੜਾ ਆਨੰਦ ਮੈਂ ਵੀ ਕਹਿੰਦੀ ਪਹਿਲੀ ਵਾਰ ਮਾਣਿਆ ਸੀਗਾ। ਸੇਮ ਇਸੇ ਤਰ੍ਹਾਂ ਇਸ ਆਨੰਦ ਦੀ ਜਿਹੜੀ ਅਨੁਭੂਤੀ ਸੀ ਕਹਿੰਦੀ ਮੇਰੇ ਘਰ ਵਾਲੇ ਨੂੰ ਹੋਈ ਸੀ ਗੁਰੂ ਘਰ ਦੇ ਅੰਦਰ। ਜਦ ਕਹਿੰਦੀ ਅਸੀਂ 2 ਘੰਟੇ ਇਸ ਆਨੰਦ ਦੇ ਵਿੱਚ ਬੈਠੇ ਰਹੇ, ਅਤੇ ਉਸ ਤੋਂ ਬਾਅਦ ਕਹਿੰਦੀ ਜਦੋਂ ਅਸੀਂ ਘਰ ਜਾਣ ਲੱਗੇ ਤਾਂ ਮੇਰੇ ਜਿਹੜੇ ਪਤੀ ਦੇਵ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਮੈਂ ਹੁਣ ਤੈਨੂੰ ਕੀ ਦੱਸਾਂ, ਮੇਰਾ ਮਨ ਹੁਣ ਜਿਹੜਾ ਚਾਹੁੰਦਾ ਹੈਗਾ ਕਿ ਮੈਂ ਵੀ ਅੱਜ ਤੋਂ ਬਾਅਦ ਸਹਿਜ ਪਾਠ ਕਰਨਾ ਸ਼ੁਰੂ ਕਰ ਦੇਣਾ ਹੈਗਾ। ਜਦੋਂ ਕਹਿੰਦੀ ਮੇਰੇ ਘਰ ਵਾਲੇ ਨੇ ਮੈਨੂੰ ਇਹ ਗੱਲ ਆਖੀ, ਅਤੇ ਕਹਿੰਦੀ ਫਿਰ ਮੈਂ ਸੁਣ ਕੇ ਜਿਹੜੀ ਸੀ ਬੜੀ ਹੈਰਾਨ ਹੋਈ, ਅਤੇ ਮੈਂ ਆਪਣੇ ਘਰ ਵਾਲੇ ਦੇ ਚਿਹਰੇ ਵੱਲ ਦੇਖਿਆ, ਮੈਂ ਕਿਹਾ ਵੀ ਤੁਸੀਂ ਕੀ ਕਹਿ ਰਹੇ ਆ, ਤੁਸੀਂ ਵੀ ਸਹਿਜ ਪਾਠ ਸ਼ੁਰੂ ਕਰਨਾ? ਅਤੇ ਮੇਰਾ ਘਰ ਵਾਲਾ ਕਹਿੰਦੇ ਵੀ ਅੱਖਾਂ ਦੇ ਵਿੱਚ ਹੰਝੂ ਲੈ ਕੇ ਮੈਨੂੰ ਕਹਿਣ ਲੱਗਾ ਵੀ ਹਾਂ ਮੈਂ ਵੀ ਜਿਹੜਾ ਹੈਗਾ ਅੱਜ ਤੋਂ ਹੀ ਫਿਰ ਸਹਿਜ ਪਾਠ ਚਾਲੂ ਕਰ ਦੇਣਾ ਹੈਗਾ। ਕਹਿੰਦੀ ਜਦ ਇਹ ਗੱਲ ਹੋਈ ਸੀ ਮੈਨੂੰ ਬੜੀ ਖੁਸ਼ੀ ਹੋਈ। ਕਹਿੰਦੀ ਫਿਰ ਉਹ ਦਿਨ ਜਿਹੜਾ ਸੋਮਵਾਰ ਦਾ ਸੀਗਾ, ਉਹ ਸੋਮਵਾਰ ਵਾਲੇ ਦਿਨ ਮੇਰੇ ਪਤੀ ਨੇ ਪਹਿਲੀ ਵਾਰ ਸਹਿਜ ਪਾਠ ਜਿਹੜਾ ਸੀਗਾ ਉਹ ਆਰੰਭ ਕੀਤਾ। ਜਦ ਆਰੰਭ ਕੀਤਾ ਇਸ ਤਰ੍ਹਾਂ ਕਹਿੰਦੇ ਕਰਦੇ ਕਰਦੇ ਉਹ ਜਿਹੜੀ ਦਰਦ ਸੀ ਚੱਲਦੀ ਰਹੀ, ਪਰ ਅਚਨਚੇਤ ਕਹਿੰਦੇ ਸੋਮਵਾਰ ਵੀ ਦਿਨ ਗਿਆ, ਮੰਗਲ ਬੁੱਧ ਵੀਰ, ਪਰ ਜਿੱਦਣ ਦਿਨ ਸ਼ੁੱਕਰਵਾਰ ਆਇਆ ਉਹ ਬੀਬੀ ਕਹਿਣ ਲੱਗੀ
ਕਿ ਅਚਨਚੇਤ ਸ਼ੁੱਕਰਵਾਰ ਵਾਲੇ ਦਿਨ ਤੜਕੇ ਮੈਂ ਕੀ ਦੇਖਿਆ ਕਿ ਜਿਹੜੇ ਮੇਰੇ ਘਰ ਵਾਲੇ ਸੀਗੇ ਉਹ ਮੰਜੇ ਦੀ ਪੌਂਦੀ ਬੈਠੇ ਹੋਏ ਸੀ। ਕਹਿੰਦੀ ਮੇਰੀ ਅਚਨਚੇਤ ਜਾਗ ਖੁੱਲ੍ਹੀ ਅਤੇ ਮੈਂ ਆਪਣੇ ਘਰ ਵਾਲੇ ਨੂੰ ਇਸ ਤਰ੍ਹਾਂ ਬੈਠਾ ਦੇਖ ਕੇ ਪੁੱਛਿਆ ਵੀ ਸਰ ਕੀ ਗੱਲ ਹੋਈ ਹੈ, ਤੁਸੀਂ ਮੰਜੇ 'ਤੇ ਇਸ ਤਰ੍ਹਾਂ ਕਿਉਂ ਬੈਠੇ ਆ? ਅਤੇ ਕਹਿੰਦੀ ਫਿਰ ਮੇਰੇ ਘਰ ਵਾਲੇ ਨੇ ਦੱਸਿਆ, ਕਹਿੰਦੀ ਮੈਂ ਕੀ ਦੱਸਾਂ, ਮੇਰੀ ਜਿਹੜੀ ਦਰਦ ਹੈਗੀ ਹੈ ਨਾ ਉਹ ਬਹੁਤ ਜ਼ਿਆਦਾ ਅੰਦਰ ਤੇਜ਼ ਹੋ ਰਹੀ ਆ, ਇਹ ਦਰਦ ਮੇਰੇ ਤੋਂ ਝੱਲ ਨਹੀਂ ਹੋਈ, ਇਸ ਕਰਕੇ ਮੈਂ ਮੰਜੇ 'ਤੇ ਬੈਠ ਗਿਆ ਹੈਗਾ। ਜਦ ਕਹਿੰਦੇ ਮੇਰੇ ਘਰ ਵਾਲੇ ਨੇ ਮੈਨੂੰ ਪੱਥਰੀ ਦੀ ਜਿਹੜੀ ਸੀ ਦਰਦ ਦੱਸੀ, ਉਹ ਬੀਬੀ ਕਹਿਣ ਲੱਗੀ ਵੀ ਫਿਰ ਵੀ ਅਸੀਂ ਇਨਸਾਨ ਹੈਗੀਆਂ, ਚਿੰਤਾ ਹੋਣੀ ਮੇਰੇ ਮਨ ਦੇ ਵਿੱਚ ਕੁਦਰਤੀ ਸੀਗੀ। ਕਹਿੰਦੀ ਫਿਰ ਮੈਂ ਉਸੇ ਟਾਈਮ ਆਪਣੇ ਘਰ ਵਾਲੇ ਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ, ਸਤਿਗੁਰੂ ਭਲਾ ਕਰਨਗੇ, ਤੁਸੀਂ ਥੋੜ੍ਹੀ ਜਿਹੀ ਜਿਹੜੀ ਦਰਦ ਹੈਗੀ ਇਸ ਨੂੰ ਜਰਨ ਦੀ ਕੋਸ਼ਿਸ਼ ਕਰੋ। ਅਤੇ ਫਿਰ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਵੀ ਇਸੇ ਕਰਕੇ ਤਾਂ ਮੈਂ ਮੰਜੇ 'ਤੇ ਬੈਠਾ ਹੈਗਾ ਕਿ ਇਹ ਦਰਦ ਕਿਸੇ ਨਾ ਕਿਸੇ ਤਰ੍ਹਾਂ ਘੱਟ ਹੋਵੇ, ਪਰ ਜਿਹੜੀ ਦਰਦ ਹੈਗੀ ਉਹ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ, ਅਤੇ ਇਹ ਦਰਦ ਜਿਹੜੀ ਹੈਗੀ ਇਹ ਜਰਨੀ ਮੇਰੇ ਵਾਸਤੇ ਥੋੜ੍ਹੀ ਮੁਸ਼ਕਿਲ ਹੋ ਰਹੀ ਆ। ਜਦ ਕਹਿੰਦੀ ਵੀ ਉਹਨੇ ਇਸ ਤਰ੍ਹਾਂ ਜਿਹੜੀ ਸੀ ਗੱਲ ਮੇਰੇ ਨਾਲ ਸਾਂਝੀ ਕੀਤੀ, ਤਾਂ ਫਿਰ ਉਹ ਬੀਬੀ ਕਹਿਣ ਲੱਗੀ ਕਿ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ। ਉਹ ਖਿਆਲ ਇਹ ਸੀਗਾ ਕਿ ਘਰ ਦੇ ਵਿੱਚ ਮੈਂ ਜਲ ਰੱਖਿਆ ਹੈਗਾ ਦਰਬਾਰ ਸਾਹਿਬ ਦਾ, ਇਹ ਜਿਹੜਾ ਸਰੋਵਰ ਦਾ ਅੰਮ੍ਰਿਤ ਜਲ ਹੈਗਾ, ਕਿਉਂ ਨਾ ਮੈਂ ਆਪਣੇ ਪਤੀ ਦੇਵ ਜੀ ਨੂੰ ਪਿਲਾਵਾਂ। ਉਸ ਤੋਂ ਬਾਅਦ ਬੀਬੀ ਕਹਿਣ ਲੱਗੀ ਮੈਂ ਕਾਹਲੀ ਦੇ ਨਾਲ ਉੱਠੀ ਹਾਂ ਅਤੇ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦਾ ਜਲ ਸੀਗਾ, ਕਹਿੰਦੀ ਮੈਂ ਇੱਕ ਬਰਤਨ 'ਚ ਪਾਇਆ, ਬਰਤਨ 'ਚ ਪਾ ਕੇ ਮਨ ਹੀ ਮਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਜਿਹੜੀ ਸੀ ਉਹ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਸੱਚੇ ਪਾਤਸ਼ਾਹ ਮੇਰੀ ਲਾਜ ਪਤ ਰੱਖ ਲੈ, ਮੈਂ ਤੇਰੇ ਭਰੋਸੇ 'ਤੇ ਆਪਣੇ ਪਤੀ ਦਾ ਜਿਹੜਾ ਆਪਰੇਸ਼ਨ ਡਾਕਟਰਾਂ ਨੇ ਕਿਹਾ ਸੀ ਐਮਰਜੈਂਸੀ ਕਰਨਾ, ਉਹ ਨਹੀਂ ਕਹਿੰਦੀ ਮੈਂ ਕਰਨ ਦਿੱਤਾ, ਅਤੇ ਉਹਨਾਂ ਨੂੰ ਮੈਂ ਆਪਣੇ ਪਾਸ ਬੁਲਾ ਲਿਆ ਹੈਗਾ। ਅਤੇ ਅਗਰ ਇਸ ਤਰ੍ਹਾਂ ਦੀ ਕੋਈ ਖੇਡ ਵਿਗੜ ਗਈ ਹੈਗਾ ਤਾਂ ਮੈਨੂੰ ਸਾਰੀ ਉਮਰ ਵਾਸਤੇ ਕਲੰਕ ਲੱਗ ਜਾਊਗਾ ਕਿ ਕਿਵੇਂ ਡਾਕਟਰਾਂ ਦੇ ਕਹੇ ਹੋਏ 'ਤੇ ਵੀ ਤੂੰ ਜਿਹੜਾ ਸੀ ਆਪਰੇਸ਼ਨ ਨਹੀਂ ਕਰਨ ਦਿੱਤਾ, ਅਤੇ ਇਹ ਜਿਹੜਾ ਲੱਗਾ ਹੋਇਆ ਕਲੰਕ ਆ ਮੈਂ ਇਹ ਸਾਰੀ ਉਮਰ ਧੋ ਨਹੀਂ ਸਕਦੀ। ਕਹਿੰਦੀ ਮੈਂ ਜਦ ਬਾਰ-ਬਾਰ ਰੋ ਕੇ ਬੇਨਤੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਕੀਤੀਆਂ, ਚਰਨਾਂ 'ਚ ਬੇਨਤੀਆਂ ਕਰਨ ਤੋਂ ਬਾਅਦ ਫਿਰ ਕਹਿੰਦੀ ਵੀ ਜਿਹੜਾ ਅੰਮ੍ਰਿਤਸਰ ਸਰੋਵਰ ਦਾ ਜਲ ਸੀਗਾ ਮੈਂ ਉਹਦਾ ਜਿਹੜਾ ਬਾਟਾ ਸੀਗਾ ਆਪਣੇ ਪਤੀ ਦੇ ਅੱਗੇ ਪੇਸ਼ ਕਰ ਦਿੱਤਾ। ਕੋਲ ਲੈ ਕੇ ਕਹਿੰਦੀ ਮੈਂ ਆਪਣੇ ਪਤੀ ਦੇਵ ਨੂੰ ਆਖਿਆ, ਮੈਂ ਕਿਹਾ ਵੀ ਇਸ ਤਰ੍ਹਾਂ ਕਰੋ ਤੁਸੀਂ ਹੈ ਨਾ ਘੁੱਟ ਕਰਕੇ ਇਸ ਜਲ ਨੂੰ ਪੀਵੋ, ਇਹ ਜਲ ਨਹੀਂ ਹੈਗਾ, ਇਹ ਗੁਰੂ ਦਾ ਅੰਮ੍ਰਿਤ ਹੈਗਾ, ਪਰ ਤੁਸੀਂ ਪੂਰਨ ਸ਼ਰਧਾ ਬਣਾ ਕੇ ਜਿਹੜਾ ਹੈ ਇਹ ਜਲ ਛਕਣਾ ਹੈਗਾ, ਅਤੇ ਹਰੇਕ ਘੁੱਟ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜ਼ਰੂਰ ਕਹਿਣਾ ਹੈਗਾ। ਕਹਿੰਦੇ ਵੀ ਜਦੋਂ ਮੈਂ ਬੜੇ ਪ੍ਰੇਮ ਅਤੇ ਸਦਕ ਦੇ ਨਾਲ ਆਪਣੀ ਪਤੀ ਨੂੰ ਇਸ ਤਰ੍ਹਾਂ ਆਖਿਆ ਸੀਗਾ, ਅਤੇ ਕਹਿੰਦੇ ਫਿਰ ਮੇਰੇ ਜਿਹੜੇ ਪਤੀ ਦੇਵ ਸੀ ਕਹਿੰਦੇ ਵੀ ਉਹਨਾਂ ਨੇ ਵੀ ਮੇਰੀ ਸ਼ਰਧਾ ਦੇਖ ਕੇ ਇੱਕ ਘੁੱਟ ਪੀਣ ਲੱਗੇ, ਧੰਨ ਗੁਰੂ ਨਾਨਕ ਆ ਕੇ ਕਹਿੰਦੇ ਸਾਰਾ ਜਲ ਛਕ ਲਿਆ ਸੀ। ਜਦੋਂ ਕਹਿੰਦੇ ਜਲ ਛਕਿਆ ਤਕਰੀਬਨ ਕਹਿੰਦੇ ਵੀ ਹਜੇ 10 ਕੁ ਮਿੰਟ ਹੀ ਹੋਏ ਸੀ ਕਿ ਮੇਰਾ ਜਿਹੜਾ ਪਤੀ ਦੇਵ ਸੀ ਉਹ ਉੱਚੀ ਜਿਹੜਾ ਸੀਗਾ ਉਹ ਕਹਿਣ ਲੱਗ ਪਿਆ ਕਿ ਬੀਬਾ ਲੱਗਦਾ ਵੀ ਇਹ ਤਾਂ ਖੇਡ ਜਿਹੜੀ ਹੁਣ ਵਿਗੜ ਗਈ ਲੱਗਦੀ ਆ, ਅਤੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਵੀ ਜਿਵੇਂ ਇਹ ਨਾੜੀ ਹੁਣ ਫਟਣ ਵਾਲੀ ਆ ਅਤੇ ਮੇਰਾ ਆਖਰੀ ਸਮਾਂ ਆ ਗਿਆ ਹੈਗਾ। ਜਦੋਂ ਕਹਿੰਦੇ ਮੇਰੇ ਘਰ ਵਾਲੀ ਨੇ ਅੰਦਰੋਂ ਮੈਨੂੰ ਇਹ ਗੱਲ ਕਹਿ ਦਿੱਤੀ, ਅਤੇ ਕਹਿੰਦੀ ਉਸ ਤੋਂ ਬਾਅਦ ਉਹ ਬੀਬੀ ਕਹਿੰਦੀ ਵੀ ਮੈਂ ਆਪਣੇ ਪਤੀ ਦੇਵ ਜੀ ਦੀ ਗੱਲ ਸੁਣ ਕੇ ਜਿਹੜੇ ਸੀ ਮਨ ਹੀ ਮਨ ਜਿਹੜੀ ਸੀ ਘਬਰਾ ਗਈ। ਜਦ ਘਬਰਾ ਗਈ ਅਤੇ ਕਹਿੰਦੀ ਫਿਰ ਮੇਰੇ ਪਤੀ ਦੇਵ ਮੈਨੂੰ ਕਹਿਣ ਲੱਗਾ ਵੀ ਜੇ ਹੋ ਸਕਦਾ ਹੈਗਾ ਤਾਂ ਆਪਾਂ ਹੁਣੇ ਹੌਸਪੀਟਲ ਚਲ ਜਾਈਏ, ਹੋ ਸਕਦਾ ਕਿ ਰੱਬ ਕੋਈ ਕਿਰਪਾ ਕਰੇ। ਕਹਿੰਦੀ ਵੀ ਜਦੋਂ ਮੇਰੇ ਪਤੀ ਦੇਵ ਨੇ ਇਸ ਤਰ੍ਹਾਂ ਗੱਲ ਕੀਤੀ ਤਾਂ ਉਹ ਬੀਬੀ ਕਹਿਣ ਲੱਗੀ, ਕਹਿੰਦੀ ਵੀ ਫਿਰ ਉਸ ਘਬਰਾਹਟ ਦੇ ਵਿੱਚ ਮੈਂ ਆਪਣੇ ਪਤੀ ਦੇਵ ਨੂੰ ਆਖਿਆ, ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਥੋੜ੍ਹਾ ਹੌਸਲਾ ਰੱਖੋ, ਗੁਰੂ ਨਾਨਕ ਸਾਹਿਬ ਜਿਹੜੇ ਆ ਜਿਨ੍ਹਾਂ ਦੇ ਚਰਨਾਂ 'ਚ ਅਸੀਂ ਬੈਠੇ ਹਾਂ ਉਹ ਭਲੀ ਕਰਨਗੇ, ਸਾਡੀ ਲਾਜ ਪਾਤ ਰੱਖਣਗੇ, ਸਾਨੂੰ ਦਾਗ ਨਹੀਂ ਲਾਉਣਗੇ। ਕਹਿੰਦੀ ਮੈਂ ਬਾਰ-ਬਾਰ ਬੜੇ ਜ਼ੋਰ ਦੇ ਨਾਲ ਆਪਣੇ ਪਤੀ ਨੂੰ ਭਰੋਸੇ ਵਿੱਚ ਲੈਂਦੀ ਗਈ। ਉਸ ਤੋਂ ਬਾਅਦ ਕਹਿੰਦੇ ਮੇਰੇ ਪਤੀ ਕਹਿਣ ਲੱਗੇ ਵੀ ਲੱਗਦਾ ਹੈਗਾ ਵੀ ਕੰਮ ਜਿਹੜਾ ਹੈ ਨਾ ਖਰਾਬ ਹੈਗਾ ਮੈਨੂੰ, ਕਿਉਂਕਿ ਦਿਸ ਰਿਹਾ ਹੈਗਾ ਸਾਰੀ ਖੇਡ। ਕਹਿੰਦੇ ਵੀ ਜਦੋਂ ਮੇਰੇ ਪਤੀ ਨੇ ਆਖਰੀ ਵਾਰ ਮੈਨੂੰ ਇਸ ਤਰ੍ਹਾਂ ਕਿਹਾ ਅਤੇ ਬੀਬੀ ਜੀ ਕਹਿਣ ਲੱਗੇ, ਮੈਂ ਘਬਰਾ ਕੇ ਆਪਣੇ ਪਤੀ ਨੂੰ ਆਖਿਆ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਹੁਣੇ ਕੱਪੜੇ ਬਦਲ ਕੇ ਤਾਂ ਆਪ ਦੇ ਨਾਲ ਤਿਆਰ ਹੋ ਕੇ ਹੁਣੇ ਹੌਸਪੀਟਲ ਚਲੀ ਜਾਂਦੀ ਹਾਂ। ਅਤੇ ਉਹ ਬੀਬੀ ਕਹਿਣ ਲੱਗੀ ਮੈਂ ਫਟਾਫਟ ਦੂਸਰੇ ਕਮਰੇ ਜਾ ਕੇ ਜਿਹੜੇ ਸੀ ਉਹ ਨਵੇਂ ਕੱਪੜੇ ਕੱਢ ਕੇ ਜਿਉਂ ਹੀ ਬਦਲਣ ਲੱਗੀ, ਅਤੇ ਉਸ ਤੋਂ ਬਾਅਦ ਕਹਿੰਦੀ ਮੇਰੇ ਘਰ ਵਾਲੇ ਮੈਨੂੰ ਆਵਾਜ਼ ਮਾਰੀ, ਮੈਨੂੰ ਕਹਿਣ ਲੱਗੇ ਵੀ ਮੈਨੂੰ ਹੁਣ ਪਿਸ਼ਾਬ ਬਹੁਤ ਜ਼ੋਰ ਦੀ ਲੱਗ ਗਿਆ ਹੈਗਾ। ਜਦੋਂ ਕਹਿੰਦੀ ਵੀ ਉਹਨਾਂ ਨੇ ਪਿਸ਼ਾਬ ਦੀ ਗੱਲ ਕੀਤੀ ਅਤੇ ਕਹਿੰਦੀ ਮੈਂ ਅੰਦਰ ਹੀ ਉਹਨਾਂ ਨੂੰ ਆਵਾਜ਼ ਮਾਰੀ, ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਬਾਥਰੂਮ 'ਚ ਪਿਸ਼ਾਬ ਨਾ ਕਰਿਓ ਅਤੇ ਬਾਹਰ ਹੀ ਜਿਹੜਾ ਹੈ ਨਾ ਵਿਹੜੇ ਵਿੱਚ ਬੈਠ ਕੇ ਪਿਸ਼ਾਬ ਕਰ ਲਿਓ, ਅਤੇ ਮੈਂ ਹੁਣੇ 1 ਮਿੰਟ ਦੇ ਵਿੱਚ ਆਈ ਹਾਂ। ਕਹਿੰਦੇ ਵੀ ਕਹਿਣ ਦੀ ਡੇਟ ਸੀ, ਅਤੇ ਕਹਿੰਦੇ ਵੀ ਉਸ ਤੋਂ ਬਾਅਦ ਮੇਰਾ ਜਿਹੜਾ ਘਰ ਵਾਲਾ ਸੀਗਾ ਉਹ ਕਮਰੇ 'ਚੋਂ ਨਿਕਲ ਕੇ ਬਾਹਰ ਹੀ ਕਹਿੰਦੀ ਵਿਹੜੇ ਦੇ ਵਿੱਚ ਬੈਠ ਗਿਆ। ਜਦੋਂ ਕਹਿੰਦੀ ਵਿਹੜੇ 'ਚ ਬੈਠਾ, ਜਿਉਂ ਹੀ ਕਹਿੰਦੀ ਉਹ ਪਿਸ਼ਾਬ ਦੀ ਜਿਹੜੀ ਧਾਰਾ ਤੇਜ਼ ਅੰਦਰ ਬਣੀ ਸੀ, ਜਿਉਂ ਹੀ ਮੇਰੇ ਘਰ ਵਾਲੇ ਨੇ ਕਹਿੰਦੀ ਪਿਸ਼ਾਬ ਕੀਤਾ, ਇੱਕ ਐਸੀ ਜਾਰੀ ਕਰਾਮਾਤ ਉਸੇ ਟਾਈਮ ਹੋਈ ਆ ਕਿ ਉਹ ਜਿਹੜੀ 10 mm ਦੀ ਪੱਥਰੀ ਉਸ ਪਿਸ਼ਾਬ ਦੀ ਨਾੜੀ ਦੇ ਵਿੱਚ ਫਸੀ ਹੋਈ ਸੀ, ਅਤੇ ਇਹ ਜਿਹੜੀ ਪੱਥਰੀ ਸੀਗੀ ਉਸੇ ਹੀ ਪਿਸ਼ਾਬ ਦੀ ਨਾਲੀ ਦੇ ਥਾਣੀ ਜਿਹੜੀ ਸੀ ਉਹ ਭੁੜਕ ਕੇ ਬਾਹਰ ਡਿੱਗ ਪਈ। ਜਿਉਂ ਹੀ ਪੱਥਰੀ ਬੜੇ ਜ਼ੋਰ ਦੇ ਨਾਲ ਭੁੜ ਕੇ ਜਿਹੜੀ
ਸੀ ਉਹ ਬਾਹਰ ਡਿੱਗੀ ਆ, ਉਹਦੇ ਨਾਲ ਜਿਹੜੇ ਹੋਰ ਵੀ ਨਿੱਕੀਆਂ ਨਿੱਕੀਆਂ ਪੱਥਰੀਆਂ ਸੀਗੀਆਂ ਉਹ ਵੀ ਜਿਹੜੇ ਸੀ ਉਹ ਪਿਸ਼ਾਬ ਦੇ ਵੇਗ ਦੇ ਨਾਲ ਜਿਹੜੀਆਂ ਉਹ ਬਾਹਰ ਨਿਕਲ ਗਈਆਂ, ਅਤੇ ਇਹ ਜਿਹੜੀ ਦਰਦ ਸੀਗੀ ਇਹ ਪੂਰੀ ਤਰ੍ਹਾਂ ਬੰਦ ਹੋ ਗਈ, ਬਿਲਕੁਲ ਸਰੀਰ ਜਿਹੜਾ ਸੀਗਾ ਨੋਰਮਲ ਹੋ ਗਿਆ। ਇੱਕ ਐਸਾ ਕਹਿੰਦੀ ਇਹ ਚਮਤਕਾਰ ਜਦੋਂ ਮੇਰੇ ਘਰ ਵਾਲੇ ਨਾਲ ਉਸੇ ਟਾਈਮ ਹੋਇਆ, ਅਤੇ ਮੇਰੇ ਘਰ ਵਾਲੇ ਮੈਨੂੰ ਜ਼ੋਰ ਨਾਲ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਮੈਨੂੰ ਕਹਿਣ ਲੱਗੇ ਵੀ ਛੇਤੀ ਕਰ ਹੁਣੇ ਆ। ਕਹਿੰਦੀ ਮੈਂ ਘਬਰਾਹਟ 'ਚ ਜਾ ਕੇ ਯਕਦਮ ਜਦੋਂ ਦੌੜ ਕੇ ਆਪਣੇ ਘਰ ਵਾਲੇ ਦੇ ਪਾਸ ਪਹੁੰਚੀ, ਅਤੇ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ, ਕਹਿੰਦਾ ਦੇਖ ਭਾਗਵਾਨੇ, ਐਸੀ ਕਹਿੰਦਾ ਕਰਾਮਾਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਾਰੀ ਵੀ ਜਿਹੜੀ 10 mm ਦੀ ਪੱਥਰੀ ਮੋਟੀ ਹੈਗੀ ਉਹ ਪਿਸ਼ਾਬ ਦੇ ਜ਼ਰੀਏ ਪੁੜ ਕੇ ਆਹ ਦੇਖ ਬਾਹਰ ਨਿਕਲ ਗਈ ਆ। ਜਦੋਂ ਕਹਿੰਦੇ ਵੀ ਇਹ ਗੱਲ ਮੇਰੇ ਘਰ ਵਾਲੇ ਨੇ ਮੈਨੂੰ ਕਹੀ, ਉਹ ਬੀਬੀ ਕਹਿੰਦੀ ਕਿ ਮੈਂ ਉਸ ਅਕਾਲ ਪੁਰਖ ਦਾ ਸ਼ੁਕਰੀਆ ਕੀਤਾ ਕਿ ਸੱਚੇ ਪਾਤਸ਼ਾਹ ਤੈਂ ਮੇਰੀ ਪੱਤ ਰੱਖ ਲਈ ਆ, ਪੱਤ ਮੇਰੀ ਤੈਂ ਰੱਖ ਲਈ, ਪ੍ਰੇਮ ਦਾ ਪਟੋਲਾ ਦੇ ਕੇ। ਕਹਿੰਦੀ ਵੀ ਮੇਰੇ ਅੰਦਰ ਸ਼ੁਕਰੀਆ ਦਾ ਕੋਈ ਅਲਫਾਜ਼ ਨਹੀਂ ਸੀ। ਫਿਰ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਵੀ ਤੁਸੀਂ ਦੱਸੋ ਦਰਦ ਤੁਹਾਡੀ ਕਿਵੇਂ? ਮੇਰਾ ਘਰ ਵਾਲਾ ਕਹਿੰਦੀ ਮੈਨੂੰ ਕਹਿਣ ਲੱਗਾ, ਭਲੀ ਤੂੰ ਦਰਦ ਦੀ ਗੱਲ ਕਰਦੀ ਆ, ਮੈਨੂੰ ਪਤਾ ਹੀ ਨਹੀਂ ਵੀ ਮੇਰੇ ਦਰਦ ਹੈ ਜਾਂ ਨਹੀਂ, ਮੇਰਾ ਤਾਂ ਸਰੀਰ ਪਹਿਲੇ ਨਾਲੋਂ ਵੀ ਪੂਰੀ ਤਰ੍ਹਾਂ ਨੋਰਮਲ ਔਰ ਹਲਕਾ ਹੋ ਗਿਆ ਹੈਗਾ। ਕਹਿੰਦੇ ਜਦੋਂ ਇਸ ਤਰ੍ਹਾਂ ਗੱਲ ਕੀਤੀ ਉਸੇ ਟਾਈਮ ਸਾਡੇ ਦੋਨਾਂ ਪਤੀ ਪਤਨੀਆਂ ਦੇ ਵਿੱਚ ਕਹਿੰਦੀ ਖੁਸ਼ੀ ਦੀਆਂ ਚਾਂਗਾਂ ਨਿਕਲ ਗਈਆਂ ਸੀ। ਸਤਿਗੁਰ ਦਾ ਹੱਥ ਜੋੜ ਕੇ ਕਹਿੰਦੀ ਸ਼ੁਕਰੀਆ ਕੀਤਾ। ਸ਼ੁਕਰੀਆ ਕਰਨ ਤੋਂ ਬਾਅਦ ਕਹਿੰਦੀ ਵੀ ਜਦੋਂ ਜਿਹੜਾ ਸੀਗਾ ਸੀ ਥੋੜ੍ਹੇ ਨੋਰਮਲ ਹੋਏ, ਅਤੇ ਫਿਰ ਮੇਰਾ ਕਹਿੰਦਾ ਪਤੀ ਦੇ ਮੈਨੂੰ ਕਹਿਣ ਲੱਗਾ, ਕਹਿੰਦੇ ਭਗਵਾਨ ਨੇ ਮੇਰੇ ਮਨ ਦੇ ਵਿੱਚ ਇੱਕ ਹੋਰ ਪ੍ਰਸ਼ਨ ਆ। ਕਹਿੰਦੀ ਮੈਂ ਪੁੱਛਿਆ ਵੀ ਕੀ ਆ? ਕਹਿੰਦੇ ਪੱਥਰੀ ਤਾਂ ਜਿਹੜੀ ਉਹ ਵੱਡੀ ਉਹ ਤਾਂ ਨਿਕਲ ਗਈ ਆ, ਪਰ ਡਾਕਟਰ ਨੇ ਕਿਹਾ ਸੀਗਾ ਇਸ ਪੱਥਰੀਆਂ ਦੇ ਨਾਲ ਹੋਰ ਵੀ ਛੋਟੀਆਂ ਪੱਥਰੀਆਂ ਹੈਗੀਆਂ, ਅਤੇ ਇਸ ਕਰਕੇ ਆਪਾਂ ਨੂੰ ਇੱਕ ਵਾਰੀ ਚੈੱਕਅਪ ਕਰਾ ਲੈਣਾ ਚਾਹੀਦਾ ਹੈਗਾ। ਜਦ ਕਹਿੰਦੇ ਮੇਰੇ ਘਰ ਵਾਲੇ ਨੇ ਇਹ ਗੱਲ ਮੈਨੂੰ ਆਖੀ ਸੀ, ਅਤੇ ਕਹਿੰਦੇ ਫਿਰ ਮੈਂ ਆਪਣੇ ਘਰ ਵਾਲੇ ਨੂੰ ਆਖਿਆ, ਮੈਂ ਕਿਹਾ ਸਵਾਮੀ ਜੀ ਤੁਹਾਨੂੰ ਅਜੇ ਵੀ ਯਕੀਨ ਨਹੀਂ ਹੈਗਾ ਜੇ ਐਡੀ ਵੱਡੀ ਜਿਹੜੀ ਪੱਥਰੀ ਹੈਗੀ ਇੱਕ ਜ਼ਾਰੀ ਕਰਾਮਾਤ ਦੇ ਨਾਲ ਪਿਸ਼ਾਬ ਦੀ ਨਾਲੀ ਦੇ ਵਿੱਚੋਂ ਆਪਣੇ ਬਾਹਰ ਆ ਸਕਦੀ ਆ, ਅਤੇ ਬਾਕੀ ਪੱਥਰੀਆਂ ਵੀ ਤੇ ਇਹਦੇ ਨਾਲ ਹੀ ਨਿਕਲ ਗਈਆਂ ਹੈਗੀਆਂ। ਕਿਉਂਕਿ ਸਾਇੰਸ ਦੇ ਹਿਸਾਬ ਦੇ ਨਾਲ ਜਾਂ ਮੈਡੀਕਲ ਡਾਕਟਰੀ ਦੇ ਹਿਸਾਬ ਦੇ ਨਾਲ ਕੀ ਹੁੰਦਾ ਹੈਗਾ ਕਿ ਜਿਹੜੀ ਵੱਡੀ ਪੱਥਰੀ ਪਿਸ਼ਾਬ ਦੀ ਨਾਲੀ ਦੇ ਵਿੱਚ ਫਸੀ ਹੋਵੇ ਹੈ ਨਾ, ਉਹ ਆਪਰੇਸ਼ਨ ਤੋਂ ਬਗੈਰ ਬਾਹਰ ਨਹੀਂ ਨਿਕਲਦੀ। ਪਰ ਇਹ ਗੁਰੂ ਦੇ ਅੱਗੇ ਕੀ ਹੈ, ਕਿਸੇ ਚੀਜ਼ ਦਾ ਕੋਈ ਜ਼ੋਰ ਨਹੀਂ ਹੈ, ਕਿਉਂਕਿ ਸਭਨਾਂ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ। ਗੁਰੂ ਤਾਂ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈਗਾ। ਇਹ ਪੱਥਰੀ ਕੀ ਅਗਰ ਪਹਾੜ ਵੀ ਆ ਜਾਵੇ, ਉਹ ਪਹਾੜ ਵੀ ਜਿਹੜਾ ਹੈ ਨਾ ਗੁਰੂ ਦੇ ਮੋਹਰੇ ਜਿਹੜਾ ਹੈਗਾ ਉਹ ਰਸਤਾ ਛੱਡ ਜਾਂਦਾ ਹੈਗਾ। ਸੋ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਮੈਂ ਆਪਣੇ ਘਰ ਵਾਲੇ ਨੂੰ ਹੌਸਲਾ ਦਿੰਦੇ ਆਇਆ ਕਿ ਮੈਂ ਕਿਹਾ ਸਰਦਾਰ ਜੀ ਸਾਰੇ ਕਾਰਜ ਗੁਰੂ ਸਾਹਿਬ ਨੇ ਰਾਸ ਕਰ ਦਿੱਤੇ ਆ, ਫਿਰ ਵੀ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸ਼ੱਕ ਸ਼ੁਬਾ ਹੈਗੀ ਆ ਤਾਂ ਆਪਾਂ ਇਸ ਤਰ੍ਹਾਂ ਕਰਦੇ ਆ, ਅੱਜ ਜਦੋਂ ਦਿਨ ਚੜੂਗਾ ਹੌਸਪੀਟਲ ਜਾਂਦੇ ਹਾਂ ਅਤੇ ਦੁਬਾਰਾ ਚੈੱਕਅਪ ਕਰਾਉਂਦੇ ਹਾਂ। ਕਹਿੰਦੀ ਫਿਰ ਇਸ ਤੋਂ ਬਾਅਦ ਫਿਰ ਅਸੀਂ ਕਹਿੰਦੇ ਜਦ ਥੋੜ੍ਹਾ ਜਿਹਾ ਦਿਨ ਚੜ੍ਹਿਆ ਤਿਆਰ ਹੋਏ ਹਾਂ, ਹੌਸਪੀਟਲ ਗਏ ਹਾਂ। ਕਹਿੰਦੀ ਹੌਸਪੀਟਲ ਜਾ ਕੇ ਜਦ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਹਾਂ, ਡਾਕਟਰ ਸਾਹਿਬ ਮੇਰੇ ਪਤੀ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਡੀ ਜਿਹੜੀ ਸੀ ਪੱਥਰੀ ਪਹਿਲਾਂ ਚੈੱਕ ਕੀਤੀ ਸੀ, ਅਤੇ ਇਹ ਜਿਹੜਾ ਕੇਸ ਸੀਗਾ ਬੜਾ ਸੀਰੀਅਸ ਸੀਗਾ, ਅਤੇ ਤੁਸੀਂ ਇੱਕ ਹਫ਼ਤਾ ਜਿਹੜਾ ਸੀਗਾ ਉਹ ਆਏ ਨਹੀਂ, ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਐਮਰਜੈਂਸੀ ਆਪਰੇਸ਼ਨ ਕਰਾਉਣਾ ਹੈਗਾ, ਅਤੇ ਅੱਜ ਤੁਸੀਂ ਕਿਵੇਂ ਆ ਗਏ? ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਵੀ ਅਸੀਂ ਕੁਛ ਨਹੀਂ ਬੋਲੇ, ਅਸੀਂ ਡਾਕਟਰ ਸਾਹਿਬ ਨੂੰ ਇੰਨੀ ਬੇਨਤੀ ਕੀਤੀ, ਅਸੀਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਇਹਨਾਂ ਦਾ ਦੁਬਾਰਾ ਜਿਹੜਾ ਹੈਗਾ ਉਹ ਚੈੱਕਅਪ ਕਰੋ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ ਵੀ ਦੁਬਾਰਾ ਅਗਰ ਚੈੱਕ ਕਰਾਂਗੇ ਤਾਂ ਫਿਰ ਨਵੇਂ ਸਿਰੋਂ ਪੈਸੇ ਖਰਚ ਹੋਣਗੇ, ਅਤੇ ਕਹਿੰਦੇ ਵੀ ਅਸੀਂ ਕਿਹਾ ਕੋਈ ਗੱਲ ਨਹੀਂ, ਪੈਸੇ ਦੀ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਜਿਹੜਾ ਹੈ ਮੇਰੇ ਪਤੀ ਦਾ ਚੈੱਕਅਪ ਕਰੋ। ਫਿਰ ਕਹਿੰਦੇ ਡਾਕਟਰ ਨੇ ਜਦ ਮਸ਼ੀਨ ਦੇ ਦੁਬਾਰਾ ਚੈੱਕਅਪ ਕੀਤਾ ਸੀਗਾ, ਤਾਂ ਉਹ ਡਾਕਟਰ ਜਿਹੜਾ ਸੀਗਾ ਉਹ ਹੱਕਾ ਬੱਕਾ ਹੋ ਕਹਿਣ ਲੱਗਾ ਵੀ ਪਿਸ਼ਾਬ ਦੀ ਨਾਲੀ ਤਾਂ ਸਭ ਠੀਕ ਆ, ਸਾਰਾ ਸਰੀਰ ਸਹੀ ਆ, ਪਰ ਪੱਥਰੀ ਵਿੱਚ ਨਜ਼ਰ ਨਹੀਂ ਆਉਂਦੀ, ਪੱਥਰੀ ਕਿੱਧਰ ਗਈ ਆ? ਕਹਿੰਦੇ ਵੀ ਜਦ ਡਾਕਟਰ ਬਾਰ ਅਲਟਰਾਸਾਊਂਡ ਮਸ਼ੀਨ ਰਾਹੀਂ ਕਹਿੰਦੇ ਵੀ ਉਹ ਪੱਥਰੀ ਦੀ ਗੱਲ ਕਰੀਏ ਵੀ ਪੱਥਰੀ ਨਜ਼ਰ ਨਹੀਂ, ਪੱਥਰੀ ਕਿੱਥੇ ਚੱਲ ਗਈ ਆ? ਤਾਂ ਬੀਬੀ ਕਹਿਣ ਲੱਗੀ ਵੀ ਜਿਹੜੀ ਪੱਥਰੀ 10 mm ਦੀ ਰਾਤ ਨੂੰ ਪਿਸ਼ਾਬ ਰਾਹੀਂ ਬਾਹਰ ਨਿਕਲੀ ਸੀ, ਕਹਿੰਦੀ ਵੀ ਮੈਂ ਆਪਣੇ ਨਾਲ ਲੈ ਗਈ ਸੀ, ਉਹੀ ਪੱਥਰੀ ਕਹਿੰਦੀ ਮੈਂ ਆਪਣੇ ਹੱਥ 'ਤੇ ਰੱਖ ਕੇ ਡਾਕਟਰ ਨੂੰ ਦਿਖਾਲੀ। ਮੈਂ ਕਿਹਾ ਜੀ ਪੱਥਰੀ ਤਾਂ ਆਹ ਹੈਗੀ ਆ। ਜਦ ਕਹਿੰਦੀ ਉਹ ਡਾਕਟਰ ਨੇ ਮੇਰੀ ਹਥੇਲੀ 'ਤੇ ਪੱਥਰੀ ਦੇਖੀ, ਡਾਕਟਰ ਹੱਕਾ ਬੱਕਾ ਹੋ ਗਿਆ। ਉਹ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ ਹੈਗਾ? ਕਹਿੰਦੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿਉਂ ਨਹੀਂ ਹੋ ਸਕਦਾ ਹੈਗਾ, ਗੁਰੂ ਘਰ ਦੇ ਵਿੱਚ ਸਾਰੀਆਂ ਗੱਲਾਂ ਦਾ ਜਿਹੜਾ ਹੱਲ ਹੈਗਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਮੁਸ਼ਕਲ ਦਾ ਹੱਲ ਹੈਗਾ। ਜਦੋਂ ਕਹਿੰਦੇ ਵੀ ਮੈਂ ਇਸ ਤਰ੍ਹਾਂ ਡਾਕਟਰ ਸਾਹਿਬ ਨੂੰ ਕਿਹਾ, ਡਾਕਟਰ ਸਾਹਿਬ ਕਹਿਣ ਲੱਗੇ ਕਮਾਲ ਹੋ ਗਈ ਆ ਕਿ ਜਿਹੜੀ ਪੱਥਰੀ ਬਿਨਾਂ ਪ੍ਰਸ਼ਨ ਦੇ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਨਹੀਂ ਆ ਸਕਦੀ, ਪਰ ਕਿਵੇਂ ਇੱਕ ਚਮਤਕਾਰੀ ਢੰਗ ਦੇ ਨਾਲ ਇਹ ਸਾਰੀਆਂ ਪੱਥਰੀਆਂ ਪਿਸ਼ਾਬ ਰਾਹੀਂ ਬਾਹਰ ਨਿਕਲ ਗਈਆਂ ਹੈਗੀਆਂ। ਇਹ ਤਾਂ ਕੇਵਲ ਤੁਹਾਡਾ ਸਦਕ ਭਰੋਸਾ ਇਹ ਹੀ ਕੰਮ ਕਰ ਰਿਹਾ ਹੈਗਾ, ਅਤੇ ਇਹ ਸਦਕ ਭਰੋਸਾ ਜਿਹੜਾ ਹੈਗਾ ਤੁਹਾਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਗਿਆ ਹੈਗਾ। ਉਸ ਤੋਂ ਬਾਅਦ ਬੀਬੀ ਕਹਿੰਦੀ ਸੀਗੀ ਕਿ ਅਸੀਂ ਫਿਰ ਸਾਰਾ ਪਰਿਵਾਰ ਬੜੀ ਖੁਸ਼ੀ ਦੇ ਨਾਲ ਘਰ ਆ ਗਿਆ।
ਘਰ ਆ ਕੇ ਕਹਿੰਦੀ ਫਿਰ ਮੈਂ ਫਿਰ ਆ ਕੇ ਜਦੋਂ ਅਸੀਂ ਮੀਆਂ ਬੀਬੀ ਗੁਰਦੁਆਰੇ ਸਾਹਿਬ ਗਏ ਸੀ, ਗੁਰਦੁਆਰੇ ਸਾਹਿਬ ਜਾ ਕੇ ਫਿਰ ਕਹਿੰਦੀ ਮੈਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਤੂੰ ਹਰੇਕ ਸਮੇਂ ਦੇ ਵਿੱਚ ਹਰੇਕ ਤਰ੍ਹਾਂ ਹਰੇਕ ਖਤਰੇ ਵਿੱਚ ਤੁਸੀਂ ਮੇਰੀ ਮਦਦ ਕੀਤੀ ਆ। ਬਸ ਹੁਣ ਇੱਕ ਕਿਰਪਾ ਇਹ ਕਰਨੀ ਆ ਕਿ ਇਹ ਜਿਹੜਾ ਭਜਨ ਪਾਠ ਸਿਮਰਨ ਹੈਗਾ ਹੈ ਨਾ, ਇਹ ਮੇਰੇ ਸਵਾਸਾਂ ਤੇ ਗਰਾਸਾਂ ਦੇ ਨਾਲ ਨਿਭ ਜਾਵੇ। ਅਤੇ ਕਹਿੰਦੇ ਐਸੀ ਜਿਹੜੀ ਆ ਤੁਸੀਂ ਪ੍ਰੇਮ ਦੀ ਕਿਰਪਾ ਕਰੋ ਕਿ ਸੱਚੇ ਪਾਤਸ਼ਾਹ ਗੁਰਬਾਣੀ ਦਾ ਜਿਹੜਾ ਨੇਮ ਹੈਗਾ ਮੇਰੇ ਅਖੀਰਲੇ ਸਵਾਸਾਂ ਦੇ ਦਮ ਤੱਕ ਨਿਕਲੇ। ਸੋ ਉਸ ਤੋਂ ਬਾਅਦ ਕਹਿੰਦੇ ਬੀਬੀ ਕਹਿਣ ਲੱਗੀ ਕਿ ਉਸ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਹੁਣ ਘਰ ਦੇ ਵਿੱਚ ਬੈਠ ਕੇ ਸਹਿਜ ਪਾਠ ਕਰਦਾ ਸੁਣਦਾ ਹੈਗਾ, ਅਤੇ ਗੁਰਦੁਆਰੇ ਸਾਹਿਬ ਜਾਂਦਾ ਸੇਵਾ ਕਰਦਾ ਕੀਰਤਨ ਸੁਣਦਾ ਹੈਗਾ, ਅਤੇ ਹੁਣ ਗੁਰੂ ਦੇ ਰੰਗ ਦੇ ਵਿੱਚ ਪੂਰੀ ਤਰ੍ਹਾਂ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਨੱਕੋ ਨੱਕ ਉਹ ਭਰਿਆ ਹੋਇਆ ਹੈਗਾ। ਸੋ ਐਸੀ ਹੈ ਸਦਕ ਦੀ ਖੇਡ। ਜਿਨ੍ਹਾਂ ਨੇ ਇਹ ਖੇਡ ਖੇਡੀ ਹੈਗੀ ਆ, ਕਿਰਪਾ ਉਹਨਾਂ 'ਤੇ ਹੀ ਹੁੰਦੀ ਆ। ਸੋ ਦਾਸ ਇੰਨੇ ਹੀ ਬਚਨ ਆਪ ਸਾਰਿਆਂ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਸੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।